ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤੁਖ ਸੰਬੰਧੀ, ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ 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 ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌਣਾ ਮਹੱਲਾ ਪੰਜਵਾ। ਐਸੋ ਸਹਾਈ ਹਰਿ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਐਸੋ ਸਹਾਈ ਹਰਿ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਸਤ ਸੰਗਤ ਦਾ ਇਹ ਅੰਮ੍ਰਿਤ ਵੇਲੇ ਸਾਨੂੰ ਸਮਾਂ ਬਖਸ਼ਿਆ ਹੈ। ਮਹਾਰਾਜ ਸਾਹਿਬ ਜੀ ਬਚਨ ਕਰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਆਪਾਂ ਗੁਰਬਾਣੀ ਰਹਿਰਾਸ ਸਾਹਿਬ ਜੀ ਦੇ ਅੰਦਰ ਸਰਵਣ ਕਰਦੇ ਹਾਂ। ਸੋ ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਅੰਦਰ ਪੰਚਮ ਗੁਰੂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਜੋ ਆਪਾਂ ਸਰਵਣ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਮਹਾਰਾਜ ਜੀਆਂ ਦੇ 2 ਸ਼ਬਦ ਸਰਵਣ ਕਰ ਲਏ ਨੇ। ਇਹ ਤੀਜਾ ਸ਼ਬਦ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ
ਮਾਲੀ ਗੌੜਾ ਰਾਗ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਐਸੋ ਸਹਾਈ ਹਰ ਕੋ ਨਾਮ। ਸਤਿਗੁਰੂ ਜੀ ਇਹ ਸ਼ਬਦ ਅੰਦਰ ਇਹ ਬਚਨ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਕਿਵੇਂ ਸਹਾਇਤਾ ਕਰਦਾ ਹੈ। ਗੁਰਮੁਖੋ ਕਈ ਵਾਰ ਸਾਡੇ ਮਨ ਵਿੱਚ ਵੀ ਇਹ ਸਵਾਲ ਆ ਜਾਂਦਾ ਹੈ ਕਿ ਜਦੋਂ ਮੇਰੇ 'ਤੇ ਕੋਈ ਮੁਸੀਬਤ ਪੈਂਦੀ ਹੈ, ਕੋਈ ਦੁੱਖ ਪੈਂਦਾ ਹੈ, ਉਸ ਵੇਲੇ ਬਾਣੀ ਪੜ੍ਹਦਾ ਹਾਂ, ਪਾਠ ਕਰਦਾ ਹਾਂ, ਕਿ ਇਹ ਗੁਰਬਾਣੀ ਜਾਂ ਇਹ ਕੀਤਾ ਹੋਇਆ ਪਾਠ ਸਾਡੀ ਸਹਾਇਤਾ ਵੀ ਕਰਦਾ ਹੈ ਜਾਂ ਨਹੀਂ ਕਰਦਾ ਹੈ। ਇਹ ਸਾਡਾ ਸਵਾਲ ਹੈ ਕਿ ਜੇ ਅਸੀਂ ਨਾਮ ਜਪਦੇ ਹਾਂ, ਜਿਵੇਂ ਬਚਨ ਹੈ ਗੁਰਬਾਣੀ ਦਾ, ਕਾਮ ਪਰੈ ਤੈ ਸਿਮਰਿਐ। ਜਦੋਂ ਕੰਮ ਪੈ ਜਾਂਦਾ ਹੈ, ਕੋਈ ਮੁਸੀਬਤ ਪੈ ਜਾਵੇ, ਕੋਈ ਸਰੀਰ ਉੱਪਰ ਰੋਗ ਲੱਗ ਜਾਵੇ, ਜਾਂ ਕੋਈ ਅਸੀਂ ਇਸ ਤਰ੍ਹਾਂ ਦੇ ਕਾਰਜ ਵਿੱਚ ਫਸ ਜਾਈਏ ਜਿਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ, ਤੇ ਫਿਰ ਮਨੁੱਖ ਕੀ ਕਰਦਾ ਹੈ ਜਾਂ ਸਿੱਖ ਕੀ ਕਰਦਾ ਹੈ ਵੀ ਉਹ ਗੁਰੂ ਦੇ ਦਰ 'ਤੇ ਆਉਂਦਾ ਹੈ। ਕੁਝ ਸਿੱਖ ਫਿਰ ਬਾਣੀ ਪੜ੍ਹਦੇ, ਬਾਣੀ ਪੜ੍ਹ ਕੇ ਫਿਰ ਅਰਦਾਸ ਕਰਦੇ। ਪਰ ਗੱਲ ਇਹ ਹੈ, ਵਿਚਾਰ ਇਹ ਹੈ ਕਿ ਅਸੀਂ ਜੇ ਬਾਣੀ ਪੜ੍ਹ ਕੇ ਅਰਦਾਸ ਕਰਾਂਗੇ ਜਾਂ ਨਾਮ ਜਪਾਂਗੇ ਤੇ ਉਹ ਕੀ ਸਾਡੀ ਸਹਾਇਤਾ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਸੋ ਇਹ ਸਾਡਾ ਸਵਾਲ ਹੈ। ਮਹਾਰਾਜ ਜੀ ਸਾਡੇ ਸਵਾਲ ਦਾ ਜਵਾਬ ਦਿੰਦੇ ਪਏ ਇਹ ਸ਼ਬਦ ਦੇ ਰਾਹੀਂ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਫਰਮਾਉਂਦੇ ਹਨ। ਐਸੋ ਸਹਾਈ ਹਰ ਕੋ ਨਾਮ। ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਹਾਇਤਾ ਜ਼ਰੂਰ ਕਰਦਾ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ। ਐਸੋ ਸਹਾਈ, ਇਸ ਤਰੀਕੇ ਨਾਲ। ਮਹਾਰਾਜ ਉਹ ਕਿਹੜਾ ਤਰੀਕਾ ਹੈ? ਸਤਿਗੁਰੂ ਨੇ ਸਾਨੂੰ ਸਮਝਾਉਣ ਵਾਸਤੇ ਇੱਕ ਉਦਾਹਰਨ ਨਹੀਂ, ਮਹਾਰਾਜ ਨੇ 12 ਉਦਾਹਰਨਾਂ ਦਿੱਤੀਆਂ। ਜੇ ਇੱਕ ਰਾਹੀਂ ਸਮਝ ਨਹੀਂ ਆਵੇਗਾ, ਦੂਜੇ ਰਾਹੀਂ ਬਚਨ ਸਮਝ ਆ ਜਾਵੇ। ਜੇ ਦੂਜੇ ਰਾਹੀਂ ਵੀ ਬਚਨ ਸਮਝ ਨਹੀਂ ਆਇਆ, ਤੀਜੀ ਉਦਾਹਰਨ ਦੇ ਰਾਹੀਂ ਤੇ ਸਮਝ ਆ ਹੀ ਜਾਵੇਗਾ ਨਾ। ਮਹਾਰਾਜ ਨੇ 12 ਉਦਾਹਰਨਾਂ ਦਿੱਤੀਆਂ ਸਾਨੂੰ ਸਮਝਾਉਣ ਵਾਸਤੇ। ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਜਪਿਆ ਹੈ। ਮਹਾਰਾਜ ਫਰਮਾਉਂਦੇ ਹਨ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਭਜਨ ਕਰਦਾ ਹੈ, ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ। ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਜਿਹੜਾ ਕੋਈ ਤੁਹਾਡਾ ਕਾਰਜ ਰੁਕਿਆ ਹੋਇਆ, ਅੜਿਆ ਹੋਇਆ ਨਹੀਂ ਹੁੰਦਾ, ਸੰਗਤ ਵਿੱਚ ਬੈਠ ਕੇ ਗੁਰਬਾਣੀ ਪੜ੍ਹੋ, ਸੰਗਤ ਵਿੱਚ ਬੈਠ ਕੇ ਨਾਮ ਜਪੋ, ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਨੂੰ ਸਰਵਣ ਕਰੋ, ਫਿਰ ਅਰਦਾਸ ਕਰੋ। ਮਹਾਰਾਜ ਕਹਿੰਦੇ ਕੋਈ ਇਹੋ ਜਿਹਾ ਕੰਮ ਹੈ ਨਹੀਂ ਜਿਹੜਾ ਤੂੰ ਸੰਗਤ ਵਿੱਚ ਆ ਕੇ ਅਰਦਾਸ ਕਰੇਗਾ ਤੇ ਹੋਵੇਗਾ ਨਹੀਂ, ਜ਼ਰੂਰ ਬਰ ਜ਼ਰੂਰ ਹੋ ਜਾਏਗਾ। ਇਹ ਪ੍ਰਮਾਤਮਾ ਦੇ ਨਾਮ ਦੀ ਸਮਰੱਥਾ ਹੈ ਕਿ ਜਿਹੜੇ ਇਸ ਨਾਮ ਨੂੰ ਜਪਦੇ ਉਹਨਾਂ ਦੇ ਕੀਤੇ ਹੋਏ ਕਾਰਜ ਪੂਰੇ ਹੋ ਜਾਂਦੇ। ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹ ਗੁਰਬਾਣੀ ਦਾ ਬਚਨ ਆਪਾਂ ਲੈਂਦੇ ਹਾਂ। ਇਹਦੇ ਵਿੱਚ ਮਹਾਰਾਜ ਨੇ ਉਹ ਬਚਨ ਹੀ ਆਖਿਆ, ਭਾਈ ਜਿਹੜਾ ਕੰਮ ਤੂੰ ਕਰਨਾ ਚਾਹੁੰਦਾ ਹੈ ਨਾ, ਉਹ ਕੰਮ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਦੇ, ਸਤਿਗੁਰੂ ਦੇ ਅੱਗੇ ਬੇਨਤੀ ਕਰ, ਮਹਾਰਾਜ ਇਹ ਕਾਰਜ ਹੈ। ਮਹਾਰਾਜ ਕਿਵੇਂ ਨਹੀਂ ਸਫਲਾ ਕਰਦੇ। ਗੁਰਮੁਖੋ ਭਾਈ ਬੁੱਧੂ ਦੀ ਆਪਾਂ ਸਾਖੀ ਸਰਵਣ ਕਈ ਵਾਰੀ ਕਰ ਚੁੱਕੇ ਹਾਂ, ਤੇ ਭਾਈ ਬੁੱਧੂ ਵੀ ਤੇ ਆਇਆ ਨਾ, ਮਹਾਰਾਜ ਇੱਟਾਂ ਦਾ ਆਵਾ ਪਾ ਲਿਆ ਹੈ। ਇਹ ਕਾਰਜ ਹੀ ਹੈ ਨਾ, ਕੰਮ ਹੀ ਹੈ ਨਾ। ਮਹਾਰਾਜ ਜ਼ਮੀਨ ਵੀ ਆਪਣੀ ਮੈਂ ਗਹਿਣੇ ਰੱਖ ਦਿੱਤੀ ਹੈ, ਘਰਵਾਲੀ ਦੇ ਗਹਿਣੇ ਗੱਟੇ ਵੀ ਸਾਰੇ ਮੈਂ ਵੇਚ ਦਿੱਤੇ, ਰਿਸ਼ਤੇਦਾਰਾਂ ਕੋਲੋਂ ਵੀ ਮਾਇਆ ਫੜ ਲਈ ਹੈ, ਇੱਕੇ ਵਾਰੀ ਵੱਡਾ ਬਿਜ਼ਨਸ ਹੀ ਪਾ ਦਿੱਤਾ ਹੈ। ਪਰ ਪਾਤਸ਼ਾਹ ਕਿਰਪਾ ਹੋਵੇ ਇੱਟਾਂ ਪੱਕੀਆਂ ਸਹੀ ਸਲਾਮਤ ਨਿਕਲ ਆਉਣ। ਮਹਾਰਾਜ ਕਹਿੰਦੇ ਠੀਕ ਹੈ ਭਾਈ ਬੁੱਧੂ ਜੀ, ਸੰਗਤ ਨੂੰ ਪ੍ਰਸ਼ਾਦਾ ਛਕਾ ਦਿਓ, ਅਰਦਾਸ ਕਰਾਓ, ਕਾਰਜ ਸਫਲਾ ਹੋਵੇਗਾ। ਸਮਾਂ ਪੈ ਗਿਆ, ਜਦੋਂ ਇੱਟਾਂ ਕੱਚੀਆਂ ਨਿਕਲ ਆਈਆਂ ਕਿਸੇ ਸਿੱਖ ਦੀ ਨਾਰਾਜ਼ਗੀ ਕਰਕੇ, ਦੁਬਾਰਾ ਫਿਰ ਗੁਰੂ ਪਾਤਸ਼ਾਹ ਕੋਲ ਆ ਕੇ ਬੇਨਤੀ ਕਰਦਾ, ਮਹਾਰਾਜ ਮੈਂ ਤੁਹਾਡੇ ਬਚਨ ਮੰਨੇ ਪਰ ਇੱਟਾਂ ਪੱਕੀਆਂ ਨਹੀਂ ਨਿਕਲੀਆਂ, ਕੱਚੀਆਂ ਨਿਕਲ ਆਈਆਂ। ਪਾਤਸ਼ਾਹ ਕਹਿੰਦੇ ਉਹਦਾ ਵੀ ਇੱਕ ਕਾਰਨ ਹੈ ਭਾਈ ਬੁੱਧੂ, ਪਰ ਫਿਰ ਵੀ ਤੂੰ ਸੰਗਤ ਵਿੱਚ ਆਇਆ ਸੀ ਉਸ ਵੇਲੇ ਵੀ ਤੇ ਅੱਜ ਵੀ, ਤੇ ਤੇਰੀ ਜਿਹੜੀ ਮਨਸ਼ਾ ਉਹ ਪੂਰੀ ਜ਼ਰੂਰ ਕਰਾਂਗੇ, ਤੈਨੂੰ ਪੂਰਾ ਹੀ ਮੁੱਲ ਮਿਲੇਗਾ, ਘਾਟਾ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕੀਤਾ ਲੋੜੀਐ ਕੰਮ ਸੋ ਹਰਿ ਪੈ
ਆਖੀਏ ਕੰਮ ਕਰਨਾ ਚਾਹੁੰਦਾ ਹੈ, ਜੇ ਗੁਰੂ ਨੂੰ ਜਾਵਨ ਪਾਇਆ ਨਾ ਅਰਦਾਸ ਕਰਕੇ ਮਹਾਰਾਜ ਆ ਕੰਮ ਵਿੱਚ ਸਹਾਇਤਾ ਕਰਿਓ, ਤੇ ਫਿਰ ਪਾਤਸ਼ਾਹ ਉਸ ਕੰਮ ਦੇ ਵਿੱਚ ਸਹਾਇਤਾ ਕਰਦੇ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਬਚਨ ਬਾਣੀ ਦਾ ਆਪਾਂ ਪੜ੍ਹਦੇ ਹਾਂ, ਫਿਰ ਸਤਿਗੁਰੂ ਉਹਨਾਂ ਕਾਰਜਾਂ ਨੂੰ ਪੂਰੇ ਕਰ ਦਿੰਦੇ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਵਾਲ ਤੱਕ ਨਹੀਂ ਵਿੰਗਾ ਹੁੰਦਾ। ਤੇ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਭਾਈ ਸਾਧ ਸੰਗਤ ਵਿੱਚ ਨੇ ਅਰਦਾਸ ਕੀਤੀ ਆ ਕੇ ਉਹਦੇ ਕਾਰਜ ਪੂਰੇ ਹੁੰਦੇ ਹਨ। ਰਹਾਉ ਬੁੱਢਤ ਕੋ ਜੈਸੇ ਬੇੜੀ ਮਿਲਤ। ਮਹਾਰਾਜ ਰਹਾਉ ਦੇ ਕੇ ਪਹਿਲਾ ਉਦਾਹਰਨ ਆਪਾਂ ਸਰਵਣ ਕੀਤੀ ਹੈ ਨਾ, 12 ਉਦਾਹਰਨਾਂ ਮਹਾਰਾਜ ਦੇਣਗੇ। 12 ਵਿੱਚੋਂ ਪਹਿਲੀ ਉਦਾਹਰਨ ਇਹ ਹੈ, ਮਹਾਰਾਜ ਕਹਿੰਦੇ ਜੇ ਕੋਈ ਬੰਦਾ ਡੁੱਬਦਾ ਹੋਵੇ ਨਾ ਨਦੀ ਦੇ ਵਿੱਚ, ਤੇ ਉਹਨੂੰ ਆ ਕੇ ਜੇ ਬੇੜੀ ਮਿਲ ਜਾਵੇ ਤੇ ਫਿਰ ਇਹਦੇ ਵਰਗੀ ਸਹਾਇਤਾ ਤੇ ਨਹੀਂ ਨਾ ਕੋਈ ਹੋ ਸਕਦੀ ਹੈ। ਇੱਕ ਬੰਦਾ ਡੁੱਬਦਾ ਪਿਆ, ਉਹਨੂੰ ਡੁੱਬਦੇ ਨੂੰ ਕੋਈ ਆਸ ਹੀ ਨਹੀਂ ਹੈ ਬਚਣ ਦੀ, ਐਨ ਟਾਈਮ ਦੇ ਉੱਪਰ ਬੇੜੀ ਆ ਗਈ। ਉਸੇ ਵੇਲੇ ਬੇੜੀ ਦੇ ਵਾਲਾ ਮਲਾਹ ਨੇ ਆਵਾਜ਼ ਮਾਰੀ, ਆ ਭਾਈ ਡੁੱਬਣਾ, ਚੜ੍ਹ ਜਾ ਬੇੜੀ ਦੇ ਉੱਪਰ। ਇਹਦੇ ਤੋਂ ਵੱਡੀ ਹੋਰ ਸਹਾਇਤਾ ਕੀ ਹੋ ਸਕਦੀ ਹੈ ਕਿ ਡੁੱਬਦੇ ਬੰਦੇ ਨੂੰ ਬੇੜੀ ਨੇ ਬਚਾ ਲਿਆ ਹੈ। ਮਹਾਰਾਜ ਕਹਿੰਦੇ ਬੰਦਿਆ, ਜਦੋਂ ਇਸ ਤਰ੍ਹਾਂ ਤੂੰ ਸੰਸਾਰ ਵਿੱਚ ਡੁੱਬਦਾ ਹੋਵੇਗਾ ਨਾ, ਤੇਰਾ ਕੋਈ ਉਸ ਵੇਲੇ ਸਹਾਇਤਾ ਨਹੀਂ ਨਾ ਹੋਵੇਗੀ, ਕੋਈ ਸਹਾਰਾ ਨਹੀਂ ਨਾ ਰਹਿ ਜਾਏਗਾ। ਜੇ ਤੂੰ ਨਾਮ ਜਪੇਂਗਾ, ਪਰਮਾਤਮਾ ਦਾ ਨਾਮ ਡੁੱਬਦੇ ਵਾਸਤੇ ਬੇੜੀ ਦਾ ਕੰਮ ਕਰਦੀ ਹੈ। ਤੈਨੂੰ ਤਾਰ ਦੇਵੇਗੀ ਸੰਸਾਰ ਤੋਂ ਕੀਤੀ ਹੋਈ ਬੰਦਗੀ, ਤੈਨੂੰ ਡੁੱਬਣ ਨਹੀਂ ਦਿੱਤਾ ਜਾਵੇਗਾ। ਸੰਸਾਰ ਵਿੱਚ ਇਸ ਤਰ੍ਹਾਂ ਸਹਾਇਤਾ ਕਰਦਾ ਹੈ। ਪਹਿਲਾ ਬਚਨ ਆਪਾਂ ਪੜ੍ਹਿਆ, ਐਸੋ ਸਹਾਈ ਹਰ ਕੋ ਨਾਮ। ਪਰਮਾਤਮਾ ਦਾ ਨਾਮ ਕਿਵੇਂ ਸਹਾਇਤਾ ਕਰਦਾ, ਇਹ ਪਹਿਲੀ ਉਦਾਹਰਨ। ਕਹਿੰਦੇ ਬੰਦਾ ਡੁੱਬਦਾ ਪਿਆ, ਉਹਨੂੰ ਬੇੜੀ ਮਿਲ ਗਈ ਹੈ ਤੇ ਬੇੜੀ ਨੂੰ ਉਸਨੇ ਤਾਰ ਦਿੱਤਾ ਹੈ। ਇਸ ਤਰ੍ਹਾਂ ਭਾਈ ਜਿਹੜੇ ਨਾਮ ਜਪਦੇ, ਪਰਮਾਤਮਾ ਦਾ ਨਾਮ ਵੀ ਉਹਨਾਂ ਨੂੰ ਸੰਸਾਰ ਤੋਂ ਤਾਰ ਦਿੰਦਾ ਹੈ। ਬੂਝਤ ਦੀਪਕ ਮਿਲਤ ਤਿਲਤ। ਦੂਜਾ ਬਚਨ ਮਹਾਰਾਜ ਨੇ ਇੱਕ ਉਦਾਹਰਨ ਹੋਰ ਦਿੱਤੀ ਹੈ। ਪਹਿਲੇ ਸਮੇਂ ਵਿੱਚ ਗੁਰਮੁਖੋ ਦੀਵੇ ਬਾਲੇ ਜਾਂਦੇ, ਅੱਜ ਤੇ ਚਲੋ ਰੋਸ਼ਨੀ ਕਰਨ ਦੇ ਬੜੇ ਸਾਡੇ ਕੋਲ ਨਵੇਂ ਸਾਧਨ ਆ ਗਏ। ਪਹਿਲਾਂ ਲੋਕ ਲਾਲਟੈਨ ਬਾਲਿਆ ਕਰਦੇ, ਦੀਵਾ ਬਾਲਿਆ ਕਰਦੇ, ਅਤੇ ਜਿੰਨਾ ਚਿਰ ਦੀਵੇ ਵਿੱਚ ਤੇਲ ਰਹਿੰਦਾ ਉਹਨਾਂ ਚਿਰ ਦੀਵਾ ਜਗਦਾ। ਜੇ ਦੀਵੇ ਵਿੱਚ ਤੇਲ ਮੁੱਕ ਜਾਵੇ, ਹੌਲੀ ਹੌਲੀ ਬੱਤੀ ਵੀ ਸੜ ਜਾਂਦੀ ਤੇ ਦੀਵਾ ਵੀ ਬੁੱਝ ਜਾਂਦਾ। ਮਹਾਰਾਜ ਕਹਿਣ ਲੱਗੇ ਭਾਈ ਬੂਝਤ ਦੀਪਕ, ਹੁਣ ਦੀਵਾ ਬੁਝਦਾ ਪਿਆ, ਤੇਲ ਗਿਆ ਮੁੱਕ, ਪਰ ਇੰਨੇ ਚਿਰ ਨੂੰ ਜੇ ਉਸ ਦੀਵੇ ਨੂੰ ਦੁਬਾਰਾ ਫਿਰ ਭਰ ਦਈਏ ਤੇਲ ਪਾ ਕੇ, ਤੇ ਫਿਰ ਉਹ ਦੀਵਾ ਬੁਝਦਾ ਨਹੀਂ ਹੈ, ਫਿਰ ਹੋਰ ਚਾਨਣ ਕਰੇਗਾ 2-4 ਘੰਟੇ, ਜਿੰਨਾ ਚਿਰ ਦੁਬਾਰਾ ਤੇਲ ਨਹੀਂ ਮੁੱਕਦਾ ਹੈ। ਮਹਾਰਾਜ ਕਹਿੰਦੇ ਭਾਈ ਜਿਵੇਂ ਬੁਝਦੇ ਹੋਏ ਦੀਵੇ ਨੂੰ ਤੇਲ ਸਹਾਇਤਾ ਕਰਦਾ ਹੈ ਦੁਬਾਰਾ ਫਿਰ ਜਗਣ ਵਾਸਤੇ, ਫਿਰ ਪ੍ਰਕਾਸ਼ ਕਰਨ ਵਾਸਤੇ, ਇਸ ਤਰੀਕੇ ਦੇ ਨਾਲ ਪਰਮਾਤਮਾ ਦਾ ਨਾਮ ਜਦੋਂ ਤੂੰ ਸੰਸਾਰ ਵੱਲੋਂ ਬੁਝਦਾ ਹੋਵੇਗਾ ਨਾ, ਬਿਲਕੁਲ ਖਤਮ ਪਿਆ ਹੁੰਦਾ ਹੋਵੇਗਾ, ਉਦੋਂ ਪਰਮਾਤਮਾ ਤੇਰੀ ਸਹਾਇਤਾ ਕਰਕੇ ਫਿਰ ਤੈਨੂੰ ਸੰਸਾਰ ਦੇ ਵਿੱਚ ਸਤਿਕਾਰਯੋਗ ਬਣਾ ਦੇਵੇਗਾ। ਫਿਰ ਤੇਰੀ ਉਹ ਬਾਂਹ ਫੜ ਲੈਂਦਾ ਆ ਕੇ, ਜਿਵੇਂ ਬੁਝਦੇ ਦੀਵੇ ਵਾਸਤੇ ਤੇਲ ਕੰਮ ਕਰਦਾ ਹੈ, ਐਸੇ ਤਰ੍ਹਾਂ ਗੁਰਮੁਖਾ ਜ਼ਿੰਦਗੀ ਵਿੱਚ ਸੰਸਾਰ ਵਿੱਚ ਵੀ ਤੇਰੇ ਬੁਝਦਿਆਂ ਹੋਇਆਂ, ਖਤਮ ਹੁੰਦਿਆਂ ਹੋਇਆਂ ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰਦਾ ਹੈ। ਜਲਤ ਅਗਨੀ ਮਿਲਤ ਨੀਰ। ਹੁਣ ਪਾਤਸ਼ਾਹ ਜੀ ਤੀਜੀ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਕੋਈ ਬੰਦਾ ਮੰਨ ਲਓ ਵੀ ਅੱਗ ਦੇ ਵਿੱਚ ਸੜਦਾ ਹੋਵੇ ਤੇ ਉਹਨੂੰ ਅਚਾਨਕ ਹੀ ਆ ਕੇ ਪਾਣੀ ਮਿਲ ਜਾਵੇ ਤੇ ਫਿਰ ਸੜਨ ਤੋਂ ਬਚ ਜਾਏਗਾ ਨਾ। ਮੰਨ ਲਓ ਘਰ ਨੂੰ ਅੱਗ ਲੱਗੀ ਹੋਈ ਹੈ, ਉਤੋਂ ਅਚਾਨਕ ਬਹੁਤ ਮੋਲੇ ਧਾਰ ਮੀਂਹ ਪੈਣ ਲੱਗ ਪਵੇ ਤੇ ਫਿਰ ਅੱਗ ਬੁਝ ਹੀ ਜਾਏਗੀ ਨਾ, ਮੀਂਹ ਪੈਂਦਾ ਜਿਸ ਵੇਲੇ। ਪਾਤਸ਼ਾਹ ਕਹਿਣ ਲੱਗੇ ਜਲਤ ਅਗਨੀ, ਕੋਈ ਬੰਦਾ ਅੱਗ ਦੇ ਨਾਲ ਕਿਸੇ ਦਾ ਘਰ ਸੜਦਾ ਹੈ ਜਾਂ ਕਿਸੇ ਦਾ ਸਰੀਰ ਸੜਦਾ ਪਿਆ, ਮਿਲਤ ਨੀਰ, ਇੰਨੇ ਚਿਰ ਨੂੰ ਗੁਰਮੁਖੋ ਆ ਕੇ ਪਾਣੀ ਮਿਲ ਜਾਵੇ ਤੇ ਫਿਰ ਉਹ ਪਾਣੀ ਜਿਹੜਾ ਹੈ ਉਹ ਬਲਦੀ ਹੋਈ ਅੱਗ ਤੋਂ ਬਚਾ ਲੈਂਦਾ ਹੈ। ਐਸੇ ਤਰ੍ਹਾਂ ਭਾਈ ਆਪਾਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਪਏ ਹਾਂ। ਜਿਵੇਂ ਪ੍ਰਤੱਖ ਅੱਗ ਘਰ ਸਾੜ ਦਿੰਦੀ ਹੈ, ਬੰਦੇ ਦਾ ਸਰੀਰ ਵੀ ਸਾੜ ਦਿੰਦੀ ਹੈ, ਐਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਵੀ ਸਾੜਦੀ ਪਈ ਹੈ। ਇੰਨੇ ਪੈਸੇ ਮਿਲ ਗਏ ਥੋੜ੍ਹੇ, ਇੰਨੇ ਹੋਰ ਮਿਲ ਜਾਂਦੇ ਉਹ ਵੀ ਮਿਲ ਗਏ, ਇੰਨੇ ਹੋਰ ਮਿਲ ਜਾਂਦੇ, ਉਹ ਤ੍ਰਿਸ਼ਨਾ ਖਤਮ ਨਾ ਹੋਏ। ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਦੀ ਅੱਗ ਤੋਂ ਬਚਾਉਣ ਵਾਸਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਜਲ ਰੂਪ ਹੈ। ਜਿਵੇਂ ਪਾਣੀ ਅੱਗ ਤੋਂ ਬਚਾ ਲੈਂਦਾ ਹੈ, ਪਰਮਾਤਮਾ ਦਾ ਨਾਮ ਤੈਨੂੰ ਤ੍ਰਿਸ਼ਨਾ ਤੋਂ ਬਚਾ ਲੈਂਦਾ ਹੈ, ਤ੍ਰਿਸ਼ਨਾ ਵਿੱਚ ਨਹੀਂ ਰਹਿਣ ਦਿੰਦਾ ਹੈ।
ਮੁਕਤ ਕਰ ਲੈਂਦਾ ਹੈ। ਜਿਵੇਂ ਕਿਸੇ ਵਿਅਕਤੀ ਨੂੰ ਕੋਈ ਸਾਧੂ ਮਿਲ ਗਿਆ ਨਾ, 4 ਮੋਮਬੱਤੀਆਂ ਦੇ ਦਿੱਤੀਆਂ, ਕਹਿਣ ਲੱਗਾ ਜਗਾ ਕੇ ਉੱਤਰ ਵੱਲ ਜਾਵੇਂਗਾ ਤੇ ਬੜਾ ਧਨ ਮਿਲੇਗਾ, ਪਰ ਦੂਜੀ ਨਾ ਜਗਾਈ, ਦੂਜੀ ਜਗਾਵੇਂਗਾ ਫਿਰ ਤੀਜੀ ਨਾ ਜਗਾਵੀਂ, ਤੀਜੀ ਜਗਾਵੇਂਗਾ ਚੌਥੀ ਤੇ ਬਿਲਕੁਲ ਹੀ ਨਹੀਂ ਜਗਾਉਣੀ ਹੈ। ਕਹਿਣ ਲੱਗਾ ਠੀਕ, ਘਰ ਚਲਾ ਗਿਆ ਹੈ। ਇੱਕ ਮੋਮਬੱਤੀ ਬਾਲ ਕੇ ਤੁਰਿਆ, ਜਿੱਦ ਜਾ ਕੇ ਮੋਮਬੱਤੀ ਬੁਝ ਗਈ, ਟੋਇਆ ਪਟਦਾ ਤੇ ਬਹੁਤ ਜ਼ਿਆਦਾ ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਬੜਾ ਖੁਸ਼ ਹੈ, ਧਨ ਤੇ ਬੜਾ ਮਿਲ ਗਿਆ ਹੈ, ਪਰ ਬੰਦੇ ਦੀ ਤ੍ਰਿਸ਼ਨਾ ਨਹੀਂ ਨਾ ਬੁਝਦੀ। ਚੰਗਾ ਸਿਆਣਾ ਹੁੰਦਾ ਤੇ ਕਹਿੰਦਾ ਵੀ ਠੀਕ ਹੈ, ਪਹਿਲੀ ਮੋਮਬੱਤੀ ਬਾਲੀ ਹੈ, ਖਜ਼ਾਨਾ ਮਿਲਿਆ, ਇਹਨੂੰ ਸਾਂਭ ਕੇ ਤੇ ਆਪਣੀ ਜ਼ਿੰਦਗੀ ਕੱਟਾਂ। ਜ਼ਿੰਦਗੀ ਹੈ ਕਿਤੇ ਕਿੰਨੀ ਕੁ ਲੰਮੀ ਹੈ, ਕੁਝ ਨਹੀਂ ਹੈ ਜ਼ਿੰਦਗੀ ਲੰਮੀ, ਬਿਲਕੁਲ ਛੋਟੀ ਹੈ। ਉਸ ਵੇਲੇ ਕਹਿਣ ਲੱਗਾ ਵੀ ਚਲੋ ਇਹ ਤੇ ਆਪਣੇ ਕਬਜ਼ੇ ਵਿੱਚ ਆ ਹੀ ਗਿਆ ਹੈ, ਹੁਣ ਮੈਂ ਦੂਜੀ ਵੀ ਬਾਲ ਕੇ ਵੇਖਾਂ ਵੀ ਉਧਰੋਂ ਕੀ ਨਿਕਲਦਾ ਹੈ। ਦੂਜੀ ਬਾਲ ਕੇ ਤੁਰ ਪਿਆ, ਉੱਥੋਂ ਕਾਫੀ ਜ਼ਿਆਦਾ ਸੋਨਾ ਵਗੈਰਾ ਮਿਲ ਗਿਆ, ਬੜਾ ਖੁਸ਼ ਹੈ। ਕਹਿਣ ਲੱਗਾ ਲੈ ਦੂਜੀ ਬਾਲੀ ਹੈ ਤੇ ਹੋਰ ਜ਼ਿਆਦਾ ਅਮੀਰ ਹੋ ਗਿਆ ਹਾਂ। ਉਹ ਵੀ ਧਨ ਉੱਥੋਂ ਕੱਢਿਆ ਨਹੀਂ, ਉੱਥੇ ਹੀ ਰੱਖ ਲਿਆ ਹੈ। ਹੁਣ ਵਿਚਾਰ ਫਿਰ ਬਣੀ, ਤ੍ਰਿਸ਼ਨਾ ਫਿਰ ਵਧੀ ਹੈ ਕਿ ਹੁਣ ਤੀਜੀ ਵੀ ਬਾਲ ਕੇ ਵੇਖਾਂ ਉਧਰੋਂ ਕੀ ਨਿਕਲ ਆਉਂਦਾ ਹੈ। ਤੀਜੀ ਨੂੰ ਬਾਲ ਕੇ ਚੱਲਿਆ ਤੇ ਅੱਗੋਂ ਹੀਰੇ ਮੋਤੀ ਜਵਾਹਰਾਤ ਮਿਲੇ, ਬੜਾ ਖੁਸ਼ ਹੈ। ਕਹਿਣ ਲੱਗਾ ਲੈ ਮਹਿੰਗੇ ਹੀਰੇ ਤੇ ਇੱਥੇ ਪਏ ਹੋਏ, ਇਹ ਤੀਜੀ ਨੇ ਤੇ ਬਹੁਤ ਜ਼ਿਆਦਾ ਮਾਲਾ ਮਾਲ ਕਰ ਦਿੱਤਾ ਹੈ। ਹੁਣ ਚੌਥੀ ਮੋਮਬੱਤੀ ਹੈ, ਮਹਾਤਮਾ ਦਾ ਬਚਨ ਸੀ ਵੀ ਬਾਲਣੀ ਨਹੀਂ ਹੈ। ਕਹਿਣ ਲੱਗਾ ਵੀ ਨਹੀਂ, ਇਹ ਵੀ ਹੁਣ ਜ਼ਰੂਰ ਹੀ ਬਾਲਾਂਗਾ, ਇਹਦੇ ਵਿੱਚੋਂ ਕੋਈ ਜ਼ਿਆਦਾ ਕੀਮਤੀ ਵਸਤੂ ਮਿਲੇਗੀ। ਜਦੋਂ ਬਾਲੀ ਹੈ, ਜਿੱਥੇ ਜਾ ਕੇ ਬੁਝੀ ਹੈ, ਟੋਇਆ ਪਟਿਆ, ਥੱਲਿਓਂ ਇੱਕ ਹਵੇਲੀ ਨਿਕਲ ਆਈ, ਬੜਾ ਖੁਸ਼ ਹੋਇਆ। ਕਹਿਣ ਲੱਗਾ ਹਵੇਲੀ ਥੱਲੇ ਪਈ ਹੈ ਧਰਤੀ ਦੇ ਵਿੱਚ, ਇਹਦੇ ਵਿੱਚ ਬੜਾ ਧਨ ਹੋਵੇਗਾ। ਜਦੋਂ ਥੱਲੇ ਗਿਆ ਤੇ ਉੱਥੇ ਇੱਕ ਵਿਅਕਤੀ ਜਿਹੜਾ ਨਾ, ਉਹ ਸਿਰ ਦੇ ਉੱਪਰ ਸ਼ਤੀਰ ਚੱਕ ਕੇ ਤੇ ਖਲੋਤਾ ਹੋਇਆ। ਉਸ ਨੂੰ ਜਾ ਕੇ ਪੁੱਛਦਾ ਵੀ ਇੱਥੇ ਧਨ ਕਿੱਥੇ ਹੈ, ਖਜ਼ਾਨਾ, ਮੈਂ ਖਜ਼ਾਨਾ ਲੈਣ ਵਾਸਤੇ ਆਇਆ। ਉਹਨੇ ਇਸ਼ਾਰਾ ਦੇ ਕੇ ਆਖਿਆ ਵੀ ਆ ਪਹਿਲਾਂ ਸ਼ਤੀਰ ਚੁੱਕਣਾ ਸਿਰ ਤੇ ਆ ਕੇ, ਫਿਰ ਮੈਂ ਤੈਨੂੰ ਦੱਸਾਂਗਾ ਵੀ ਖਜ਼ਾਨਾ ਕਿੱਥੇ ਹੈ। ਤ੍ਰਿਸ਼ਨਾ ਦਾ ਮਾਰਿਆ ਭੱਜ ਕੇ ਉਹ ਸ਼ਤੀਰ ਆਪਣੇ ਸਿਰ ਤੇ ਚੁੱਕ ਲਿਆ ਤੇ ਉਹ ਵਿਅਕਤੀ ਥੱਲਿਓਂ ਨਿਕਲ ਆਇਆ। ਉਸ ਨੂੰ ਪੁੱਛਦਾ ਵੀ ਖਜ਼ਾਨਾ ਕਿੱਥੇ ਹੈ। ਕਹਿਣ ਲੱਗਾ ਤੇਰੇ ਵਾਂਗੂ ਮੈਨੂੰ ਵੀ ਮੋਮਬੱਤੀਆਂ ਮਿਲੀਆਂ ਸੀ, ਮੈਂ ਵੀ ਤੇਰੇ ਵਾਂਗੂ ਇਸ ਤਰ੍ਹਾਂ ਹੀ ਭੱਜਾ ਆਇਆ ਗਾਂ ਨੂੰ, ਤੇ ਮੈਂ ਇੱਥੇ ਆ ਕੇ ਫਸ ਗਿਆ। ਜੇ ਮੈਂ ਸ਼ਤੀਰ ਸੁੱਟਦਾ ਸੀ ਤੇ ਇਹ ਸਾਰੀ ਹਵੇਲੀ ਮੇਰੇ ਉੱਤੇ ਡਿੱਗ ਪੈਣੀ, ਮੈਂ ਮਰ ਜਾਣਾ ਸੀ। ਮੈਂ ਇੱਥੇ ਖਲੋਤਾ ਰਿਹਾ, ਮੈਂ ਉਡੀਕਦਾ ਰਿਹਾ ਵੀ ਕੋਈ ਆਵੇ ਜਿਹੜਾ ਮੇਰੀ ਥਾਂ ਤੇ ਇੱਥੇ ਆ ਕੇ ਫਸ ਜਾਵੇ ਤੇ ਮੈਨੂੰ ਬਾਹਰ ਕੱਢੇ। ਹੁਣ ਤੂੰ ਆਇਆ, ਮੇਰੇ ਨਾਲੋਂ ਜ਼ਿਆਦਾ ਤੈਨੂੰ ਤ੍ਰਿਸ਼ਨਾ ਲੱਗੀ ਹੈ, ਤੂੰ ਫਸ ਗਿਆ ਤੇ ਮੈਂ ਹੁਣ ਨਿਕਲ ਗਿਆ ਹਾਂ। ਜਦੋਂ ਬਾਹਰ ਨੂੰ ਤੁਰਨ ਲੱਗਾ ਨਾ ਉਹ ਵਿਅਕਤੀ, ਤੇ ਫਿਰ ਆਵਾਜ਼ ਮਾਰ ਕੇ ਪੁੱਛਦਾ ਮੈਨੂੰ ਇੱਥੋਂ ਕੌਣ ਕੱਢੇਗਾ। ਤੇ ਉਹ ਜਾਣ ਵਾਲਾ ਕਹਿੰਦਾ ਜਿਵੇਂ ਮੇਰੇ ਨਾਲੋਂ ਤੇਰੀ ਜ਼ਿਆਦਾ ਤ੍ਰਿਸ਼ਨਾ ਹੈ, ਤੈਨੂੰ ਮੈਂ ਕੱਢਿਆ, ਹੁਣ ਤੇਰੇ ਨਾਲੋਂ ਵੀ ਜਿਹੜਾ ਵੱਡਾ ਤ੍ਰਿਸ਼ਨਾਲੂ ਆਵੇਗਾ ਉਹ ਤੈਨੂੰ ਕੱਢੇਗਾ ਇੱਥੋਂ ਆ ਕੇ, ਨਹੀਂ ਤੇ ਬੈਠਾ ਰਹੋ ਚੁੱਪ ਕਰਕੇ। ਇਹ ਹੈ ਤ੍ਰਿਸ਼ਨਾ। ਮਹਾਰਾਜ ਕਹਿੰਦੇ ਬੁਝਦੀ ਨਹੀਂ ਹੈ ਵੀ ਜੇ ਚਾਂਦੀ ਦੇ ਰੁਪਈਏ ਮਿਲੇ ਤੇ ਕਹਿੰਦਾ ਵੀ ਗੱਲ ਬਣੀ ਨਹੀਂ, ਫਿਰ ਸੋਨੇ ਦੇ ਮਿਲ ਗਏ, ਫਿਰ ਜਵਾਹਰਾਤ ਹੀ ਮਿਲ ਗਿਆ, ਹੀਰੇ ਮਿਲ ਗਏ, ਪਰ ਰੱਜਿਆ ਫਿਰ ਵੀ ਨਹੀਂ ਹੈ। ਪਰਮਾਤਮਾ ਦਾ ਨਾਮ ਐਸਾ ਹੈ। ਪਾਤਸ਼ਾਹ ਕਹਿਣ ਲੱਗੇ ਜਲਤ ਅਗਨੀ ਮਿਲਤ ਨੀਰ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਿਹੜੇ ਸੜਦੇ ਪਏ, ਰੱਜਦੇ ਹੀ ਨਹੀਂ ਪਏ, ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਗੁਰਮੁਖੋ, ਉਹ ਜਲ ਹੈ, ਨਾਮ ਰੂਪੀ ਜਲ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦਾ ਹੈ। ਜੈਸੇ ਬਾਰਕ ਮੁਖੈ ਖੀਰ, ਬਾਰਕ ਇੱਕ ਬੱਚਾ ਹੈ ਨਾ ਛੋਟਾ ਜਿਹਾ, ਬੜਾ ਖੇਡਦਾ ਹੈ, ਪਰ ਜਦੋਂ ਭੁੱਖ ਲੱਗਦੀ ਉਹ ਭੱਜ ਕੇ ਮਾਂ ਵਾਲੇ ਪਾਸੇ ਜਾਂਦਾ ਹੈ ਕਿ ਮਾਂ ਮੈਨੂੰ ਦੁੱਧ ਦੇਵੇਗੀ। ਮਾਂ ਦੇ ਦੁੱਧ ਤੋਂ ਬਿਨਾਂ ਉਹਨੂੰ ਜੋ ਮਰਜ਼ੀ ਦੇ ਦਿਓ, ਖੇਡਣ ਵਾਸਤੇ ਖਿਡੌਣੇ ਦੇ ਦਿਓ, ਸੋਹਣੇ ਸੋਹਣੇ ਕੱਪੜੇ ਦੇ ਦਿਓ, ਬਾਜੀਆਂ ਦੇ ਦਿੱਤੀਆਂ, ਆ ਖੇਡ ਲੈ ਵੇਖ ਲਾ, ਨਹੀਂ ਉਹ ਬੱਚਾ ਰੋਈ ਜਾਂਦਾ ਹੈ। ਉਹਨੂੰ ਖਿਡੌਣੇ ਨਹੀਂ ਚੰਗੇ ਲੱਗਦੇ ਪਏ, ਨਾ ਹੀ ਉਹਨੂੰ ਕੋਈ ਚੰਗੇ ਕੱਪੜੇ ਲੱਗਦੇ ਪਏ। ਹੁਣ ਉਹਨੂੰ ਚੰਗਾ ਲੱਗੇਗਾ ਮਾਂ ਦਾ ਦੁੱਧ, ਵੀ ਮਾਂ ਦੁੱਧ ਪਿਲਾਵੇ ਤੇ ਮੇਰੀ ਭੁੱਖ ਦੂਰ ਹੋਵੇ। ਪਾਤਸ਼ਾਹ ਕਹਿਣ ਲੱਗੇ ਜੈਸੇ ਬਾਰਕ ਮੁਖ ਹੈ ਖੀਰ, ਖੀਰ ਨਾਮ ਦੁੱਧ ਦਾ, ਜਿਵੇਂ ਭੁੱਖੇ ਹੋਏ ਬੱਚੇ ਦੀ ਸਹਾਇਤਾ ਦੁੱਧ ਕਰਦਾ ਹੈ, ਇਸ ਤਰ੍ਹਾਂ ਵੀ ਗੁਰਮੁਖੋ ਆਪਾਂ ਵੀ ਪ੍ਰਮਾਤਮਾ ਦੇ ਬੱਚੇ ਹੀ ਆ, ਤੇ ਸਾਨੂੰ ਵੀ ਭੁੱਖ ਲੱਗੀ ਹੈ, ਤੇ ਉਹ ਜਿਹੜੀ ਭੁੱਖ ਹੈ ਉਹ ਫਿਰ ਪ੍ਰਮਾਤਮਾ ਦੇ ਨਾਮ ਦੇ ਨਾਲ ਦੂਰ ਹੁੰਦੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ, ਐਸੀ ਵਡਿਆਈ ਮਹਾਰਾਜ ਬਖਸ਼ ਦੇ। ਪਾਤਸ਼ਾਹ ਕਹਿੰਦੇ ਭਾਈ ਇਹ ਪ੍ਰਮਾਤਮਾ ਦਾ ਨਾਮ ਮਾਂ ਦੇ ਦੁੱਧ ਵਰਗਾ ਹੈ, ਜਿਵੇਂ ਭੁੱਖੇ ਹੋਏ ਬੱਚੇ ਦੀ ਸਹਾਇਤਾ ਦੁੱਧ ਨੇ ਕੀਤੀ ਹੈ,
ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰਦਾ ਹੈ। ਜੈਸੇ ਰਣ ਮੈਂ ਸਖਾ ਭਰਾਤ। ਗੁਰਮੁਖੋ ਜਦੋਂ ਕਿਤੇ ਰਣ ਪੈ ਜਾਵੇ ਨਾ, ਜੰਗ ਦਾ ਸਮਾਂ ਪੈ ਜਾਵੇ, ਤੇ ਉਸ ਵੇਲੇ ਫਿਰ ਭਰਾ ਹੀ ਨਾਲ ਆ ਕੇ ਖੜਦੇ। ਭਰਾਵਾਂ ਬਿਨਾਂ ਖੜਦਾ ਕੋਈ ਨਹੀਂ ਹੈ। ਭਾਵੇਂ ਦੁਨਿਆਵੀ ਤੌਰ ਤੇ ਭਾਵੇਂ ਤੁਹਾਡੇ ਕਿੰਨੇ ਵੀ ਮਿੱਤਰ ਹੋਣ, ਰਿਸ਼ਤੇਦਾਰ ਹੋਣ, ਪਰ ਉਹ ਉਹਨਾਂ ਚਿਰ ਜਿੰਨਾ ਚਿਰ ਤੁਹਾਡੇ ਕੋਲ ਸੁੱਖ ਹੈ, ਸਹੂਲਤਾਂ ਹਨ। ਜਦੋਂ ਤੁਹਾਡੀ ਕਿਸੇ ਨਾਲ ਲੜਾਈ ਪੈ ਗਈ, ਅਗਲਾ ਪਹਿਲਾਂ ਪਿਛਲੇ ਪੈਰੀ ਪਰਾਂ ਨੂੰ ਹੋ ਜਾਂਦਾ ਹੈ, ਮੈਂ ਨਾ ਕਿਸੇ ਚੱਕਰ ਵਿੱਚ ਪੈ ਜਾਵਾਂ। ਪਰ ਪਾਤਸ਼ਾਹ ਕਹਿਣ ਲੱਗੇ ਜੈਸੇ ਰਣ ਮੈਂ ਸਖਾ ਭਰਾਤ। ਜੇ ਕਿਤੇ ਜੰਗ ਪੈ ਜਾਵੇ ਨਾ, ਤੇ ਫਿਰ ਭਰਾ ਹੀ ਉੱਥੇ ਨੇੜੇ ਬੌੜ ਕੇ ਜਿਹੜੀ ਸਹਾਇਤਾ ਕਰਦਾ, ਉਹ ਕੋਈ ਕਰ ਨਹੀਂ ਸਕਦਾ ਹੈ। ਮਹਾਰਾਣਾ ਪ੍ਰਤਾਪ ਸਿੰਘ ਦਾ ਭਰਾ ਹੋਇਆ ਨਾ, ਭਾਵੇਂ ਕਿ ਦੋਨਾਂ ਭਰਾਵਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ, ਕਿਉਂਕਿ ਪ੍ਰਤਾਪ ਸਿੰਘ ਛੋਟੇ ਸਨ ਤੇ ਦੂਜਾ ਭਰਾ ਵੱਡਾ ਹੈ, ਤੇ ਰਾਜ ਭਾਗ ਦਾ ਉਹ ਹੱਕ ਰੱਖਦਾ ਵੀ ਰਾਜ ਭਾਗ ਮੈਨੂੰ ਮਿਲਣਾ ਚਾਹੀਦਾ, ਮੈਂ ਵੱਡਾ ਜੂ ਹੋਇਆ। ਪਰ ਉਸ ਨੂੰ ਸ਼ਰਾਬ ਦੀ ਬੁਰੀ ਲੱਤ ਲੱਗੀ ਸੀ, ਹਰ ਵੇਲੇ ਸ਼ਰਾਬ ਪੀਂਦਾ ਰਹਿੰਦਾ ਤੇ ਹਰ ਵੇਲੇ ਕੁਕਰਮ ਦੇ ਵਿੱਚ ਹੀ ਫਸਿਆ ਰਹਿੰਦਾ। ਪਿਤਾ ਨੇ ਜਾਣਿਆ ਵੀ ਜੇ ਰਾਜ ਇਹਨੂੰ ਦਿੱਤਾ, ਇਹ ਤੇ ਸ਼ਰਾਬੀ ਹੈ, ਇਹਨੇ ਤੇ ਆਪ ਵੀ ਮਰ ਜਾਣਾ ਸ਼ਰਾਬ ਪੀ ਕੇ, ਰਾਜ ਵੀ ਗਵਾਵੇਗਾ। ਇਸ ਕਰਕੇ ਛੋਟਾ ਪੁੱਤਰ ਸਿਆਣਾ ਹੈ, ਕਿਉਂ ਨਾ ਹੋਵੇ ਛੋਟੇ ਨੂੰ ਰਾਜ ਦਿੱਤਾ ਜਾਵੇ। ਰਾਜ ਛੋਟੇ ਨੂੰ ਮਿਲਿਆ, ਵੱਡਾ ਇਸ ਗੱਲ ਦੇ ਵਿਰੋਧ ਵਿੱਚ ਆ ਗਿਆ, ਦੁਸ਼ਮਣੀ ਪੈ ਗਈ ਭਰਾਵਾਂ ਦੀ ਆਪਸ ਵਿੱਚ, ਤੇ ਵੱਡਾ ਭਰਾ ਜਾ ਕੇ ਦੁਸ਼ਮਣ ਦੀ ਫੌਜ ਦੇ ਨਾਲ ਰਲ ਗਿਆ ਕਿ ਮੇਰੇ ਭਰਾ ਨੇ ਮੇਰਾ ਰਾਜ ਲੈ ਲਿਆ ਹੈ, ਚਲੋ ਤੁਹਾਡੇ ਨਾਲ ਮੈਂ ਸਹਾਇਤਾ ਕਰਾਂ, ਆਪਾਂ ਮਾਰੀਏ ਸਾਰੇ ਜਾਣੇ ਰਲ ਕੇ, ਅਤੇ ਰਾਜ ਭਾਗ ਮੈਨੂੰ ਮਿਲੇਗਾ, ਮੈਂ ਤੁਹਾਡੇ ਅਧੀਨ ਰਵਾਂਗਾ। ਇਸ ਤਰ੍ਹਾਂ ਫੌਜ ਚੜਾ ਕੇ ਲੈ ਆਇਆ। ਜਦੋਂ ਦੋਨਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ ਨਾ, ਅਕਬਰ ਦੀ ਫੌਜ ਇੱਕ ਪਾਸੇ ਲੜਦੀ ਪਈ ਹੈ, ਇੱਕ ਪਾਸੇ ਮਹਾਰਾਣਾ ਪ੍ਰਤਾਪ ਲੜਦਾ ਪਿਆ ਹੈ। ਤੇ ਲੜਦਿਆਂ ਲੜਦਿਆਂ ਕਹਿੰਦੇ ਜਦੋਂ ਫੌਜ ਹਾਰੀ ਨਾ, ਤੇ ਉਸ ਵੇਲੇ ਮਹਾਰਾਣਾ ਪ੍ਰਤਾਪ ਨੂੰ ਜੰਗ ਮੈਦਾਨ ਵਿੱਚੋਂ ਵਾਪਸ ਭੱਜਣਾ ਪਿਆ, ਪਿੱਛੇ ਹਟਣਾ ਪਿਆ, ਘੋੜੇ ਤੇ ਦੌੜਿਆ ਜਾਂਦਾ, ਮਗਰ ਫੌਜਾਂ ਲੱਗ ਗਈਆਂ, ਸਕਾ ਭਰਾ ਵੀ ਮਗਰ ਲੱਗਾ ਹੋਇਆ ਹੈ। ਤੇ ਭੱਜੇ ਭੱਜੇ ਜਾਂਦਿਆਂ ਘੋੜਾ ਕਿਤੇ ਠੇਡਾ ਖਾ ਕੇ ਡਿੱਗ ਪਿਆ, ਤੇ ਮਹਾਰਾਣਾ ਪ੍ਰਤਾਪ ਸਿੰਘ ਵੀ ਡਿੱਗਿਆ ਘੋੜੇ ਤੋਂ। ਜਿਹੜੀ ਸਿਰ ਤੇ ਪੱਗ ਬੱਧੀ ਹੋਈ ਨਾ, ਉਹ ਸਿਰ ਤੋਂ ਲਹਿ ਗਈ ਡਿੱਗਣ ਕਰਕੇ। ਦੁਸ਼ਮਣ ਵਾਰ ਕਰਨ ਲੱਗਾ ਉਸ ਵੇਲੇ ਡਿੱਗੇ ਤੇ ਵੇਖ ਕੇ, ਤੇ ਉਸ ਵੇਲੇ ਮਹਾਰਾਣਾ ਪ੍ਰਤਾਪ ਦਾ ਭਰਾ ਅੱਗੇ ਹੋ ਕੇ ਆਖਦਾ ਨਹੀਂ, ਹੁਣ ਇਹਦੇ ਤੇ ਵਾਰ ਨਹੀਂ ਕਰਨਾ ਹੈ, ਇਹ ਇਸ ਵੇਲੇ ਡਿੱਗ ਪਿਆ ਹੈ ਘੋੜੇ ਤੋਂ, ਇਹ ਇਸ ਵੇਲੇ ਨਿਹੱਥਾ ਹੈ, ਨਿਹੱਥੇ ਤੇ ਵਾਰ ਨਹੀਂ ਕਰੀਦਾ ਹੈ, ਨਹੀਂ ਇਸ ਨੂੰ ਹੁਣ ਹਮਲਾ ਨਹੀਂ ਕੀਤਾ ਜਾਵੇਗਾ, ਇਸ ਨੂੰ ਛੱਡ ਦਿੱਤਾ ਜਾਵੇ। ਛੱਡ ਦਿੱਤਾ ਗਿਆ। ਉਸ ਵੇਲੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਸਮਾਂ ਹੈ ਭਾਈ, ਜੈਸੇ ਰਣ ਮੈਂ ਸਖਾ ਭਰਾਤ। ਜਦੋਂ ਰਣ ਪੈ ਜਾਂਦਾ ਨਾ, ਜੰਗ ਪੈ ਜਾਂਦੀ ਹੈ, ਭਰਾ ਭਾਵੇਂ ਕਿੱਡਾ ਵੀ ਦੁਸ਼ਮਣ ਕਿਉਂ ਨਾ ਹੋਵੇ, ਮਾੜਾ ਕਿਉਂ ਨਾ ਹੋਵੇ, ਫਿਰ ਵੀ ਉਹਦਾ ਖੂਨ ਖੌਲਦਾ ਹੈ, ਫਿਰ ਵੀ ਉਹਦੇ ਮਨ ਵਿੱਚ ਤਰਸ ਆਉਂਦਾ ਹੈ ਕਿ ਮੇਰਾ ਇਹ ਆਪਣਾ ਹੈ। ਫਿਰ ਜਿਹੜੀ ਸਹਾਇਤਾ ਉਹ ਕਰ ਜਾਂਦਾ ਹੈ, ਫਿਰ ਦੂਜਾ ਕੋਈ ਕਰ ਵੀ ਨਹੀਂ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਜਿਵੇਂ ਕੋਈ ਸਖਾ ਮਿੱਤਰ ਜਾਂ ਕੋਈ ਸਕਾ ਭਰਾ ਜੰਗ ਮੈਦਾਨ ਦੇ ਵਿੱਚ ਮਦਦ ਕਰਦਾ ਹੈ, ਪਰਮਾਤਮਾ ਦਾ ਨਾਮ ਗੁਰੂ ਪਿਆਰਿਆ, ਇਸ ਤਰ੍ਹਾਂ ਤੇਰੀ ਜ਼ਿੰਦਗੀ ਦਾ ਵੀ ਗੁਰਮੁਖੋ ਜੰਗ ਹੀ ਹੈ ਨਾ। ਆਪਣਾ ਜੰਗ ਰੋਜ਼ ਹੀ ਹੁੰਦਾ ਰਹਿੰਦਾ ਨਾ, ਕਦੇ ਕੰਮਾਂ ਦੇ ਨਾਲ, ਕਦੇ ਧੰਦਿਆਂ ਦੇ ਨਾਲ, ਕਿਤੇ ਉਹ ਲੈਣਾ ਹੈ, ਕਿਤੇ ਉਹ ਦੇਣਾ ਹੈ, ਕਿਤੇ ਕੋਈ ਮੁਸੀਬਤ ਹੈ, ਰੋਜ਼ ਜੰਗ ਚੱਲਦਾ ਹੀ ਹੈ। ਜ਼ਿੰਦਗੀ ਤਾਂ ਰੋਜ਼ ਸੰਘਰਸ਼ ਹੀ ਹੈ ਨਾ, ਰੋਜ਼ ਹੀ ਹੁੰਦਾ ਪਿਆ ਹੈ। ਪਰ ਐਸੇ ਸੰਘਰਸ਼ ਦੇ ਵਿੱਚ ਆਪਣੇ ਜਿਹੜੀ ਸਹਾਇਤਾ ਕਰਦੇ, ਐਸੇ ਤਰ੍ਹਾਂ ਪਰਮਾਤਮਾ ਦਾ ਨਾਮ ਤੇਰੀ ਜ਼ਿੰਦਗੀ ਦੇ ਵਿੱਚ ਤੇਰੀ ਸਹਾਇਤਾ ਕਰਦਾ ਹੈ। ਜੈਸੇ ਭੁੱਖੇ ਭੋਜਨ ਮਾਤ। ਮਹਾਰਾਜ ਕਹਿਣ ਲੱਗੇ ਬੰਦੇ ਨੂੰ ਭੁੱਖ ਲੱਗੀ ਹੋਵੇ, ਤੇ ਭੁੱਖ ਦੇ ਸਮੇਂ ਜਦੋਂ ਭੋਜਨ ਮਿਲ ਜਾਂਦਾ ਹੈ, ਤੇ ਉਹ ਜਿਹੜੀ ਭੁੱਖ ਹੈ ਨਾ, ਉਹ ਮਾਤ ਕਹੀਏ ਫਿਰ ਮੱਧਮ ਪੈ ਜਾਂਦੀ ਹੈ। ਹੁਣ ਬੜੀ ਭੁੱਖ ਲੱਗੀ ਹੈ, ਤੇ ਜੇ ਪ੍ਰਸ਼ਾਦਾ ਇੱਕ ਹੀ ਮਿਲ ਜਾਵੇ, ਭਾਵੇਂ ਕਿ 4-5 ਪ੍ਰਸ਼ਾਦੇ ਖਾਣ ਦੀ ਭੁੱਖ ਲੱਗੀ ਹੋਵੇ, ਪਰ ਇੱਕ ਹੀ ਮਿਲ ਜਾਵੇ, 4-5 ਨਾ ਹੀ ਮਿਲਣ, ਤਾਂ ਵੀ ਉਹ ਜਿਹੜਾ ਇੱਕ ਪ੍ਰਸ਼ਾਦਾ ਹੈ, ਇੱਕ ਵਾਰ ਦੀ ਤੇਰੀ ਭੁੱਖ ਮੱਧਮ ਕਰ ਦਿੰਦਾ, ਘਟਾ ਦਿੰਦਾ ਹੈ। ਤੇ ਕੁਝ ਸਮੇਂ ਵਾਸਤੇ ਤੇਰਾ ਜੀਰਾ ਬਣ ਜਾਂਦਾ ਹੈ, ਉਹਨੇ ਚਿਰ ਨੂੰ ਫਿਰ ਕੋਈ ਨਾ ਕੋਈ ਨਵਾਂ ਬੰਦਾ ਲੱਭ ਲੈਂਦਾ ਛਕਣ ਵਾਸਤੇ ਪਦਾਰਥ। ਪਾਤਸ਼ਾਹ ਕਹਿਣ ਲੱਗੇ ਜੈਸੇ ਭੂਖੇ ਭੋਜਨ ਮਾਤ। ਬੰਦੇ ਨੂੰ ਲੱਗੀ ਹੈ ਭੁੱਖ, ਤੇ ਥੋੜਾ ਬਹੁਤਾ ਹੀ ਕਿਤੇ ਭੋਜਨ ਮਿਲ ਜਾਵੇ, ਤੇ ਫਿਰ ਭੁੱਖ ਵੱਲੋਂ ਮਾਤ ਪੈ ਜਾਂਦੀ ਹੈ, ਵੀ ਭੁੱਖ ਮੱਧਮ ਪੈ ਜਾਂਦੀ ਹੈ, ਭੁੱਖ ਘਟ ਜਾਂਦੀ ਹੈ। ਕੁਝ ਸਮੇਂ ਵਾਸਤੇ ਸਹਾਇਤਾ ਮਿਲ ਗਈ ਹੈ, ਜਿਵੇਂ ਭੁੱਖੇ ਦੇ ਵਾਸਤੇ ਰਾਸ਼ਨ ਸਹਾਇਤਾ ਕਰਦਾ ਹੈ। ਗੁਰੂ ਕਿਹਾ ਸਿੱਖਾ ਇਸ ਤਰ੍ਹਾਂ ਦੁਨੀਆ ਦੇ ਵਿੱਚ ਪਈ ਹੋਈ ਮੁਸੀਬਤ ਵਿੱਚ
ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰਦਾ ਹੈ। ਇਹ ਮਹਾਰਾਜ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਪਏ ਹਨ। ਜੈਸੇ ਗਿਰਖਾ ਹੈ ਬਰਸ ਮੇਘ। ਗੁਰਮੁਖੋ ਅੱਜ ਕੱਲ੍ਹ ਤੇ ਸਮਾਂ ਆਪਣੇ ਕੋਲ ਮੋਟਰਾਂ ਵਗੈਰਾ, ਨਦੀਆਂ ਦਾ ਪਾਣੀ ਸਭ ਕੁਝ ਆ ਗਿਆ ਖੇਤੀ ਕਰਨ ਵਾਸਤੇ, ਪਰ ਕਦੇ ਕੋਈ ਸਮਾਂ ਸੀ ਜਦੋਂ ਖੇਤੀ ਬੱਦਲਾਂ ਦੇ ਆਸਰੇ ਹੈ। ਜੇ ਸਮੇਂ ਤੇ ਮੀਂਹ ਪੈ ਜਾਣਾ ਤੇ ਫਸਲ ਚੰਗੀ ਹੋ ਜਾਣੀ, ਜੇ ਮੀਂਹ ਨਾ ਪੈਣਾ ਤੇ ਕਈ ਵਾਰੀ ਫਸਲ ਸੁੱਕ ਵੀ ਜਾਣੀ। ਪਾਤਸ਼ਾਹ ਕਹਿਣ ਲੱਗੇ ਜੈਸੇ ਕਿਰਖਾ ਬਰਸ ਮੇਘ। ਜੇ ਬੰਦੇ ਨੇ ਖੇਤੀ ਬੀਜੀ ਹੈ ਤੇ ਉਹਨਾਂ ਦੇ ਉੱਪਰ ਆ ਕੇ ਜੇ ਕਿਤੇ ਮੀਂਹ ਪੈ ਜਾਵੇ, ਸਮੇਂ ਦੇ ਆ ਕੇ ਮੀਂਹ ਦੀ ਲੋੜ ਹੋਵੇ ਤੇ ਉੱਧਰੋਂ ਮੀਂਹ ਪੈ ਜਾਵੇ ਤੇ ਫਿਰ ਉਹ ਖੇਤੀ ਹਰੀ ਭਰੀ ਹੋ ਜਾਂਦੀ ਹੈ ਅਤੇ ਉਹ ਕਿਸਾਨ ਵੀ ਬੜਾ ਖੁਸ਼ ਹੋ ਜਾਂਦਾ ਵੀ ਐਤਕੀ ਚੰਗਾ ਝਾੜ ਮਿਲੇਗਾ। ਜਿਵੇਂ ਸੁੱਕਦੀ ਹੋਈ ਖੇਤੀ ਵਾਸਤੇ ਮੀਂਹ ਦਾ ਪਾਣੀ, ਬੱਦਲਾਂ ਦਾ ਪਾਣੀ ਕੰਮ ਕਰਦਾ ਹੈ, ਇਸ ਤਰ੍ਹਾਂ ਭਾਈ ਇਹ ਤੇਰੀ ਜੀਵਨ ਦੀ ਖੇਤੀ ਵੀ ਸੁੱਕਦੀ ਪਈ ਨਾ ਸ਼ੁਭ ਗੁਣਾਂ ਦੇ ਵੱਲੋਂ। ਜੇ ਗੁਰੂ ਕਿਰਪਾ ਕਰਕੇ ਨਾਮ ਦਾ ਜਲ ਪ੍ਰਾਪਤ ਹੋ ਜਾਵੇ। ਇਸ ਸੰਗਤ ਵਿੱਚ ਆਪਾਂ ਆ ਕੇ ਬੈਠੇ ਆ ਤੇ ਇੱਥੇ ਸਾਡੇ ਉੱਪਰ ਮਹਾਰਾਜ ਜੀ ਨਾਮ ਦਾ ਜਲ ਬਖਸ਼ਿਸ਼ ਕਰਦੇ ਪਏ ਨਾ। ਇਸ ਤਰ੍ਹਾਂ ਨਾਮ ਦਾ ਜਲ ਮਿਲ ਜਾਵੇ ਤੇ ਸ਼ੁਭ ਗੁਣਾਂ ਦੀ ਸੁੱਕੀ ਹੁੰਦੀ ਖੇਤੀ ਹਰੀ ਭਰੀ ਹੋ ਜਾਂਦੀ ਹੈ, ਸ਼ੁਭ ਗੁਣ ਹੋਰ ਪ੍ਰਾਪਤ ਹੋ ਜਾਂਦੇ। ਕਈ ਵਾਰੀ ਗੁਰਮੁਖੋ ਆਪਾਂ ਮਾੜੀ ਸੰਗਤ ਵਿੱਚ ਪੈ ਜਾਂਦੇ ਤੇ ਜਿਹੜੇ ਸਾਡੇ ਸੰਸਕਾਰ ਸਾਨੂੰ ਘਰ ਤੋਂ ਮਿਲੇ ਹੋਏ ਚੰਗੇ ਗੁਣ, ਉਹ ਮਾੜੇ ਬੰਦਿਆਂ ਦੀ ਸੰਗਤ ਵਿੱਚ ਬੈਠ ਕੇ ਹੌਲੀ ਹੌਲੀ ਅਸੀਂ ਆਪਣੀਆਂ ਚੰਗੀਆਂ ਆਦਤਾਂ ਛੱਡ ਜਾਂਦੇ। ਮਾੜੀਆਂ ਉਹਨਾਂ ਦੇ ਕੋਲੋਂ ਗਾਲ ਦੇਣਾ, ਮਾੜਾ ਬੋਲਣਾ, ਮਾੜੇ ਕੰਮ ਕਰਨੇ, ਉਹ ਆਦਤਾਂ ਪੈ ਜਾਂਦੀਆਂ। ਪਰ ਜਦੋਂ ਇਸ ਤਰ੍ਹਾਂ ਦੀਆਂ ਆਦਤਾਂ ਪੈਣ ਲੱਗ ਪੈਣ, ਜੇ ਕਿਤੇ ਗੁਰੂ ਦੀ ਸੰਗਤ ਮਿਲ ਜਾਵੇ ਜਾਂ ਕਿਤੇ ਕੋਈ ਵਿਅਕਤੀ ਬਾਣੀ ਪੜ੍ਹਦਾ ਪਿਆ ਹੈ, ਉਹਦੀ ਸੰਗਤ ਮਿਲ ਜਾਵੇ, ਉਹ ਸ਼ੁਭ ਗੁਣ ਦੁਬਾਰਾ ਫਿਰ ਜਿਹੜੇ ਚੰਗੇ ਗੁਣ ਘਰੋਂ ਮਿਲੇ ਜਾਂ ਸਾਨੂੰ ਗੁਰੂ ਕੋਲੋਂ ਮਿਲੇ, ਸੰਗਤ ਵਿੱਚੋਂ ਮਿਲੇ, ਉਹ ਚੰਗੇ ਗੁਣ ਦੁਬਾਰਾ ਫਿਰ ਪ੍ਰਫੁੱਲਤ ਹੋਣ ਲੱਗ ਪੈਂਦੇ, ਫਿਰ ਖਿੜ ਜਾਂਦੇ। ਔਗਣ ਜਿਹੜੇ ਮਾੜੇ ਬੰਦਿਆਂ ਵੱਲੋਂ ਮਿਲੇ ਉਹ ਛੁੱਟ ਜਾਂਦੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿਰਪਾ ਹੁੰਦੀ ਹੈ। ਜੈਸੇ ਪਾਲਨ ਸਰਨ ਸਿੰਘ। ਗੁਰਮੁਖੋ ਸਿੰਘ ਨਾਮ ਸ਼ੇਰ ਦਾ ਹੈ। ਜੇ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਈਏ ਤੇ ਫਿਰ ਡਰ ਨਹੀਂ ਰਹਿੰਦਾ ਹੈ। ਸੋ ਮਹਾਰਾਜ ਦਾ ਬਚਨ ਇਹ ਹੈ ਕਿ ਸ਼ੇਰ ਜੰਗਲ ਦਾ ਰਾਜਾ ਹੈ। ਰਾਜੇ ਦੀ ਸ਼ਰਨ ਵਿੱਚ ਜਾਈਏ ਤੇ ਫਿਰ ਜੰਗਲ ਦੇ ਹੋਰ ਜਾਨਵਰਾਂ ਦਾ ਡਰ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਾ ਗੁਰਮੁਖੋ, ਇਹ ਸ਼ੇਰ ਦੀ ਨਿਆਈ ਸਮਰੱਥ ਹੈ। ਜਿਹੜਾ ਨਾਮ ਦੀ ਸਹਾਇਤਾ ਪ੍ਰਾਪਤ ਕਰ ਲਵੇ ਉਹਨੂੰ ਫਿਰ ਸੰਸਾਰ ਦਾ ਡਰ ਕੋਈ ਨਹੀਂ ਰਹਿੰਦਾ ਹੈ। ਨਾਮ ਦਾ ਰੂਪ ਨੇ ਗੁਰੂ ਪਾਤਸ਼ਾਹ ਜੀ। ਜਿਸ ਵੇਲੇ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਸੁਣਾਇਆ ਨਾ ਕਿ ਇਹ ਜਿਹੜਾ ਭਾਈ ਨੰਦ ਲਾਲ ਇਹ ਬੜਾ ਹੀ ਸਿਆਣਾ ਹੈ, ਬੜੀ ਵਿਦਿਆ ਪੜ੍ਹਿਆ ਹੋਇਆ ਹੈ, ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਇਸ ਨੂੰ ਮੁਸਲਮਾਨ ਬਣਾ ਲਵੋ। ਇੰਨਾ ਸਿਆਣਾ ਵਿਅਕਤੀ ਦੂਜੇ ਧਰਮ ਦਾ ਨਹੀਂ ਹੋਣਾ ਚਾਹੀਦਾ ਹੈ, ਇਹ ਮੇਰੇ ਧਰਮ ਵਿੱਚ ਆ ਜਾਵੇ ਤਾਂ ਕਿ ਇਸਲਾਮ ਧਰਮ ਹੋਰ ਵੱਧ ਜਾਵੇ। ਜਦੋਂ ਇਹ ਖਬਰ ਬਹਾਦਰ ਸ਼ਾਹ ਨੂੰ ਪਤਾ ਲੱਗੀ ਨਾ ਔਰੰਗਜ਼ੇਬ ਦੇ ਪੁੱਤਰ ਨੂੰ ਵੀ ਮੇਰਾ ਪਿਤਾ ਮੇਰੇ ਦੋਸਤ ਨੂੰ ਮੁਸਲਮਾਨ ਕਰਨਾ ਚਾਹੁੰਦਾ, ਉਹਨੇ ਫਿਰ ਆ ਕੇ ਦੱਸਿਆ ਭਾਈ ਨੰਦ ਲਾਲ ਨੂੰ। ਕਹਿਣ ਲੱਗਾ ਨੰਦ ਲਾਲ ਜੀ ਤੁਹਾਨੂੰ ਹਿੰਦੂ ਤੋਂ ਮੁਸਲਮਾਨ ਬਣਾਇਆ ਜਾਣਾ ਹੈ। ਉਸ ਵੇਲੇ ਭਾਈ ਨੰਦ ਲਾਲ ਕਹਿਣ ਲੱਗੇ ਵੀ ਮੈਂ ਆਪਣਾ ਧਰਮ ਛੱਡ ਨਹੀਂ ਸਕਦਾ ਹਾਂ। ਤੇ ਉਸ ਵੇਲੇ ਬਹਾਦਰ ਸ਼ਾਹ ਨੇ ਆਖਿਆ ਵੀ ਜੇ ਛੱਡ ਨਹੀਂ ਨਾ ਸਕਦਾ ਤੇ ਫਿਰ ਤੈਨੂੰ ਮੇਰੇ ਪਿਤਾ ਦੇ ਗੁੱਸੇ ਤੋਂ ਕੇਵਲ ਇੱਕ ਥਾਂ ਹੀ ਬਚਾ ਸਕਦੀ ਹੈ। ਪੁੱਛਿਆ ਉਹ ਕਿਹੜੀ ਜਗ੍ਹਾ ਹੈ? ਕਹਿਣ ਲੱਗੇ ਵੀ ਉਹ ਹੈ ਅਨੰਦਪੁਰ ਸਾਹਿਬ ਦੀ ਜਗ੍ਹਾ। ਉੱਥੇ ਬੈਠੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਮੇਰੇ ਪਿਤਾ ਤੋਂ ਸਾਰੇ ਰਾਜੇ ਡਰਦੇ ਨੇ, ਸਾਰੇ ਇਹਦਾ ਪਾਣੀ ਭਰਦੇ। ਤੂੰ ਕਿਤੇ ਵੀ ਰਾਜੇ ਕੋਲ ਚਲਾ ਜਾਵੇਂਗਾ ਇਹਨੇ ਉਹਦੇ ਕੋਲੋਂ ਵੀ ਤੈਨੂੰ ਮੰਗਵਾ ਲੈਣਾ ਹੈ ਤੇ ਰਾਜਿਆਂ ਨੇ ਤੈਨੂੰ ਆਪ ਛੱਡ ਕੇ ਜਾਣਾ ਇੱਥੇ ਔਰੰਗਜ਼ੇਬ ਦੇ ਕੋਲ, ਕਿਉਂਕਿ ਕੋਈ ਰਾਜਾ ਐਸਾ ਨਹੀਂ ਜਿਹੜਾ ਮੇਰੇ ਪਿਤਾ ਦੇ ਖਿਲਾਫ ਜਾ ਸਕੇ। ਪਰ ਇੱਕ ਗੁਰੂ ਗੋਬਿੰਦ ਸਿੰਘ ਐਸੇ ਨੇ ਜਿਹੜੇ ਨਿਡਰ ਨੇ, ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਤੂੰ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਵੇਂਗਾ ਫਿਰ ਤੈਨੂੰ ਡਰ ਕੋਈ ਨਹੀਂ ਰਹੇਗਾ। ਇਹ ਬਚਨ ਸੁਣ ਕੇ ਰਾਤ ਨੂੰ ਹੀ ਘੋੜੇ ਤੇ ਚੜ੍ਹਿਆ ਨੰਦ ਲਾਲ ਦਿੱਲੀ ਤੋਂ ਤੇ ਦੌੜ ਕੇ ਤੇ ਉਸ ਵੇਲੇ ਅਨੰਦਪੁਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ। ਮਹਾਰਾਜ ਔਰੰਗਾ ਮੇਰਾ ਧਰਮ ਬਦਲਣਾ ਚਾਹੁੰਦਾ ਹੈ, ਭਾਵੇਂ ਰੁਤਬਾ ਤੇ ਮੈਨੂੰ ਬੜਾ ਵੱਡਾ ਅਹੁਦਾ ਦਿੱਤਾ, ਮੈਂ ਉਹਦਾ ਵਜ਼ੀਰ ਸੀਗਾ, ਪਰ ਮਹਾਰਾਜ ਮੈਂ ਆਪਣਾ ਧਰਮ ਨਹੀਂ ਛੱਡਣਾ ਚਾਹੁੰਦਾ ਹਾਂ। ਇਸ ਤਰ੍ਹਾਂ ਦੇ ਲੋਕ ਵੀ ਦੁਨੀਆ ਤੇ ਨੇ ਜਿਹੜੇ ਆਖਦੇ ਰੁਤਬਾ ਕੁਰਸੀ ਛੱਡਣੀ ਮਨਜ਼ੂਰ ਹੈ ਪਰ ਧਰਮ ਛੱਡਣਾ ਮਨਜ਼ੂਰ ਨਹੀਂ ਹੈ। ਜਿਨ੍ਹਾਂ ਨੇ ਥੋੜ੍ਹਾ ਬਹੁਤਾ ਕਿਤੇ ਜੀਵਨ ਕਮਾਇਆ, ਅੱਜ ਤੇ ਗੁਰਮੁਖੋ ਨਿੱਕੀ ਮੋਟੀ ਕੁਰਸੀ ਮਿਲਣੀ ਹੋਵੇ ਨਾ, ਨਿੱਕੀ ਮੋਟੀ ਮਾਮੂਲੀ ਜੀ,
ਤੇ ਬੰਦਾ ਤਾਂ ਵੀ ਰੱਬ ਨੂੰ ਭੁੱਲ ਜਾਂਦਾ ਵੀ ਕਿਹੜਾ ਰੱਬ, ਮੈਂ ਆ ਖੁਦਾ ਦੁਨੀਆ ਦਾ। ਪਰ ਉਹ ਵੀ ਦੁਨੀਆ ਤੇ ਹਨ ਜਿਨ੍ਹਾਂ ਦੇ ਕੋਲ ਵਜ਼ੀਰਾਂ ਦੀਆਂ ਕੁਰਸੀਆਂ ਸਨ। ਵਜ਼ੀਰ ਉਹਨਾਂ ਸਮਿਆਂ ਦਾ, ਉਹਨੇ ਆਖਿਆ ਵਜ਼ੀਰੀ ਛੱਡਣੀ ਮਨਜ਼ੂਰ ਹੈ, ਘਰ ਘਾਟ ਤੇ ਜਾਇਦਾਦ ਛੱਡਣੀ ਮਨਜ਼ੂਰ ਹੈ, ਧਰਮ ਛੱਡਣਾ ਮਨਜ਼ੂਰ ਨਹੀਂ ਹੈ। ਮਹਾਰਾਜ ਦੀ ਸ਼ਰਨ ਵਿੱਚ ਆ ਗਿਆ, ਆ ਕੇ ਸਾਰੀ ਗੱਲ ਦੱਸੀ ਹੈ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਨੰਦ ਲਾਲ, ਤੈਨੂੰ ਕੋਈ ਕੁਝ ਨਹੀਂ ਕਹੇਗਾ। ਮਹਾਰਾਜ ਦੇ ਕੋਲ ਹੀ ਰਿਹਾ। ਫਿਰ ਮਹਾਰਾਜ ਜੀਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਸਮਾਂ ਪਾ ਕੇ ਇਸ ਨੇ ਪ੍ਰਾਪਤ ਕੀਤੀ, ਬ੍ਰਹਮ ਗਿਆਨੀ ਸਿੱਖ ਬਣਿਆ। ਮਹਾਰਾਜ ਦੀ ਸਿਫਤ ਵਿੱਚ ਫਿਰ ਗਜ਼ਲਾਂ ਲਿਖੀਆਂ ਭਾਈ ਨੰਦ ਲਾਲ ਜੀ ਨੇ। ਸੋ ਐਸੀ ਦਾਤ ਪ੍ਰਾਪਤ ਹੋਈ। ਮਹਾਰਾਜ ਕਹਿੰਦੇ ਭਾਈ ਜੇ ਸ਼ੇਰ ਦੀ ਸ਼ਰਨ ਚਲੇ ਜਾਈਏ ਨਾ ਤੇ ਫਿਰ ਜੰਗਲ ਦੇ ਜਾਨਵਰਾਂ ਦਾ ਡਰ ਨਹੀਂ ਰਹਿੰਦਾ ਹੈ। ਸ਼ੇਰ ਦੀ ਵੱਤ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਦੀ ਸ਼ਰਨ ਵਿੱਚ ਆ ਜਾਈਏ। ਇਹ ਜਿਹੜੇ ਵਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਫਿਰ ਡਰ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਸਹਾਇਤਾ ਕਰਦੇ ਹਨ। ਗਰੁੜ ਮੁਖ ਨਹੀਂ ਸਰਪ ਤਰਾਸ। ਗੁਰਮੁਖੋ ਇੱਕ ਗਾਰੜੂ ਮੰਤਰ ਹੈ। ਵਿਦਵਾਨਾਂ ਦਾ ਕਥਨ ਹੈ ਕਿ ਪਹਿਲੇ ਸਮੇਂ ਦੇ ਵਿੱਚ ਨਾ ਕੋਈ ਰਿਖੀ ਹੋਇਆ ਹੈ, ਉਹਦੀਆਂ 4 ਲੜਕੀਆਂ ਸਨ, ਦਿੱਤ ਅਦਿੱਤ ਬਣਤਾ ਤੇ ਕਦਰੂ। ਰੇਖਬਾਰ ਬਣੀ ਬਣਾਏ, ਕਸ਼ਪ ਰਿਖੀ ਨਾਲ ਵਿਆਹੀਆਂ ਗਈਆਂ। ਲੰਮੀ ਸਾਖੀ ਹੈ, ਸਮਾਂ ਆਪਣੇ ਕੋਲ ਇੰਨਾ ਨਹੀਂ ਹੈ। ਉਸ ਵੇਲੇ ਇੱਕ ਦੀ ਕੁੱਖ ਤੋਂ ਦੇਵਤੇ ਪੈਦਾ ਹੋਏ, ਇੱਕ ਜਿਹੜੀ ਲੜਕੀ ਹੈ ਉਹਦੀ ਕੁੱਖ ਤੋਂ ਦੈਂਤ ਪੈਦਾ ਹੋਏ, ਇੱਕ ਦੀ ਕੁੱਖ ਤੋਂ ਫਿਰ ਸੱਪਾਂ ਨੇ ਜਨਮ ਲੈ ਲਿਆ, ਤੇ ਇੱਕ ਦੀ ਕੁੱਖ ਤੋਂ ਫਿਰ ਗਰੁੜ ਨੇ ਜਿਹੜਾ ਹੈ ਜਨਮ ਲਿਆ। ਸੱਪਾਂ ਦੀ ਗਿਣਤੀ ਬਹੁਤੀ ਹੈ ਤੇ ਗਰੁੜ ਕੇਵਲ ਇੱਕੋ ਹੀ ਹੈ। ਉਸ ਵੇਲੇ ਸੱਪਾਂ ਦੇ ਬਚਾਅ ਤੋਂ ਗਰੜ ਦਾ ਇੰਨਾ ਡਰ ਹੈ ਸੱਪਾਂ ਨੂੰ ਕਿ ਜੇ ਕੋਈ ਗਾਰੜੀ ਮੰਤਰ ਪੜ੍ਹ ਵੀ ਲਵੇ ਨਾ, ਗਰੜ ਦਾ ਮੰਤਰ ਪੜ੍ਹ ਲਈਏ, ਗਾਰੜੀ ਮੰਤਰ, ਤੇ ਸੱਪ ਲੜਦਾ ਨਹੀਂ। ਜੇ ਲੜ ਵੀ ਜਾਵੇ ਤੇ ਜ਼ਹਿਰ ਨਹੀਂ ਚੜ੍ਹਦਾ ਹੈ। ਮਹਾਰਾਜ ਕਹਿੰਦੇ ਐਸਾ ਬਲ ਵਾਲਾ ਮੰਤਰ ਹੈ। ਗਰੜ ਮੁਖ ਨਹੀਂ ਸਰਪ ਤਰਾਸ। ਗਾਰੜੂ ਮੰਤਰ ਹੋਵੇ ਮੂੰਹ ਦੇ ਵਿੱਚ, ਫਿਰ ਭਾਵੇਂ ਸੱਪਾਂ ਦੇ ਵਿੱਚ ਵੀ ਤੁਰੇ ਫਿਰੋ, ਡਰ ਹੀ ਕੋਈ ਨਹੀਂ ਹੈ। ਉਹ ਮੰਤਰ ਜਿਹੜਾ ਜ਼ਹਿਰ ਨਹੀਂ ਚੜ੍ਹਨ ਦੇਵੇਗਾ, ਇੰਨਾ ਬਲ ਵਾਲਾ ਉਹ ਗਾਰੜੂ ਮੰਤਰ ਹੈ ਜਿਹੜਾ ਸੱਪਾਂ ਦੇ ਜ਼ਹਿਰ ਤੋਂ ਬਚਾ ਕੇ ਰੱਖੇਗਾ ਤੈਨੂੰ। ਫਿਰ ਡਰ ਕਾਹਦਾ ਹੈ ਜਦੋਂ ਸਾਨੂੰ ਪਤਾ ਵੀ ਬਚ ਹੀ ਜਾਣਾ, ਸੱਪ ਦਾ ਜ਼ਹਿਰ ਚੜ੍ਹ ਹੀ ਨਹੀਂ ਸਕਦਾ। ਇਸ ਤਰ੍ਹਾਂ ਦਾ ਮੰਤਰ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਗੁਰਮੁਖੋ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਤੇ ਸੱਪ ਹੀ ਨੇ ਨਾ, ਹਰ ਵੇਲੇ ਡਾਂਗੀ ਮਾਰਦੇ ਪਏ ਨਾ। ਕਦੇ ਕਾਮ ਦੀ ਵਾਸ਼ਨਾ, ਕਦੇ ਕ੍ਰੋਧ ਆ ਗਿਆ, ਕਦੇ ਮੋਹ ਆ ਗਿਆ। ਗੁਰੂ ਦਾ ਨਾਮ ਜਿਹੜਾ ਹੈ ਗਾਰੜੂ ਮੰਤਰ ਹੈ, ਜਿਹਦੇ ਮੁਖ ਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ, ਜਿਹਦੇ ਮੁਖ ਦੇ ਵਿੱਚ ਗੁਰੂ ਦਾ ਦਿੱਤਾ ਨਾਮ ਹੈ, ਉਹਨੂੰ ਫਿਰ ਇਹ ਵਿਕਾਰਾਂ ਰੂਪੀ ਸੱਪ ਕੁਝ ਨਹੀਂ ਕਹਿੰਦੇ ਹਨ। ਇਹਨਾਂ ਤੋਂ ਗੁਰੂ ਦਾ ਨਾਮ ਬਚਾ ਕੇ ਰੱਖਦਾ ਹੈ। ਸੂਆ ਪਿੰਜਰ ਨਹੀਂ ਖਾਏ ਬਿਲਾਸ। ਗੁਰਮੁਖੋ ਸੂਆ ਨਾਮ ਹੈ ਤੋਤੇ ਦਾ। ਤੋਤਾ ਬਾਹਰ ਬੈਠਾ ਹੋਵੇ ਤੇ ਬਿੱਲੀ ਝਾਟੀ ਝਪਟ ਮਾਰ ਕੇ ਉਸ ਨੂੰ ਖਾ ਲੈਂਦੀ ਹੈ। ਪਰ ਜੇ ਉਹੀ ਤੋਤਾ ਪਿੰਜਰੇ ਦੇ ਵਿੱਚ ਬੈਠਾ ਹੋਵੇ ਤੇ ਫਿਰ ਭਾਵੇਂ ਬਿੱਲਾ ਉਹਦੇ ਕੋਲ ਹੀ ਤੁਰਿਆ ਫਿਰੇ, ਤੋਤੇ ਨੂੰ ਡਰ ਕੋਈ ਨਹੀਂ ਹੈ, ਕਿਉਂਕਿ ਤੋਤੇ ਨੂੰ ਪਤਾ ਵੀ ਮੈਂ ਪਿੰਜਰੇ ਦੇ ਵਿੱਚ ਹਾਂ, ਪਿੰਜਰਾ ਇਹਦੇ ਕੋਲੋਂ ਟੁੱਟਣਾ ਨਹੀਂ ਹੈ ਤੇ ਮੈਨੂੰ ਇਹਨੇ ਬਾਹਰ ਕੱਢ ਨਹੀਂ ਸਕਣਾ। ਉਹ ਫਿਰ ਮੌਜ ਨਾਲ ਵਿੱਚ ਬੈਠਾ ਰਹਿੰਦਾ ਹੈ। ਸੂਆ ਨਾਮ ਤੋਤੇ ਦਾ। ਕਹਿਣ ਲੱਗੇ ਤੋਤਾ ਪਿੰਜਰੇ ਵਿੱਚ ਬੈਠਾ ਹੋਵੇ, ਨਹੀਂ ਖਾਏ ਬਿਲਾਸ, ਉਹਨੂੰ ਫਿਰ ਬਿੱਲਾ ਨਹੀਂ ਖਾ ਸਕਦਾ, ਬਚ ਜਾਂਦਾ ਹੈ, ਕਿਉਂਕਿ ਪਿੰਜਰੇ ਨੇ ਰੱਖਿਆ ਕਰ ਲਈ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਗੁਰੂ ਕਿਹਾ ਸਿੱਖਾ ਜਿੱਥੇ ਤੂੰ ਬੈਠਾ ਨਾ ਆ ਕੇ, ਇਹ ਸੰਗਤ ਵੀ ਇੱਕ ਮਹਾਰਾਜ ਦਾ ਪਿੰਜਰਾ ਹੈ। ਗੁਰੂ ਦੀ ਸੰਗਤ ਪਿੰਜਰਾ ਹੈ। ਇਹ ਸੰਗਤ ਰੂਪੀ ਪਿੰਜਰੇ ਵਿੱਚ ਬੈਠ ਜਾਵੇਂਗਾ ਤੇ ਜਮ ਰੂਪੀ ਬਿੱਲਾ ਤੈਨੂੰ ਕੁਝ ਨਹੀਂ ਕਹੇਗਾ। ਜਮਦੂਤ ਜਿਹੜਾ ਹੈ ਨਾ, ਇਹ ਵੀ ਤੇ ਬਿੱਲੇ ਦੇ ਵਾਤੀ ਹੈ ਨਾ, ਸਾਨੂੰ ਖਾਣ ਵਾਸਤੇ ਆਉਂਦਾ। ਪਰ ਜਿਹੜੇ ਲੋਕ ਸੰਗਤ ਰੂਪੀ ਪਿੰਜਰੇ ਵਿੱਚ ਆ ਕੇ ਬੈਠ ਜਾਣਗੇ, ਸੰਗਤ ਵਿੱਚ ਆ ਕੇ ਬੈਠ ਗਏ, ਇਹ ਜਮ ਰੂਪੀ ਬਿੱਲਾ ਵੀ ਉਹਦਾ ਕੁਝ ਵਿਗਾੜ ਨਹੀਂ ਸਕੇਗਾ। ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੇ। ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ, ਤੂੰ ਪਿੰਜਰ ਹੋ ਸੂਅਟਾ ਤੋਰ, ਜਮ ਮੰਜਾਰ ਕਹਾਂ ਕਰੈ ਮੋਰ। ਸੋ ਇਹ ਭਗਤਾਂ ਦੀ ਬਾਣੀ ਸਤਿਗੁਰਾਂ ਨੇ ਬਖਸ਼ੀ ਹੈ। ਕਹਿਣ ਲੱਗੇ ਪ੍ਰਮਾਤਮਾ ਤੂੰ ਪਿੰਜਰ, ਤੁਸੀਂ ਉਹ ਪਿੰਜਰਾ, ਤੇ ਹਉ ਸੂਅਟਾ ਤੋਰ, ਮੈਂ ਤੁਹਾਡਾ ਤੋਤਾ। ਜਦੋਂ ਪਿੰਜਰੇ ਹੀ ਤੁਸੀਂ ਬਣੇ ਮੇਰੀ ਰਾਖੀ ਕਰਨ ਵਾਸਤੇ, ਤੇ ਫਿਰ ਚੁੱਪ ਕਰਕੇ ਮੈਂ ਵਿੱਚ ਆ ਕੇ ਬੈਠ ਜਾਂਦਾ ਹਾਂ। ਜਮ ਮੰਜਾਰ, ਜਿਹੜਾ ਜਮ ਹੈ
ਇਹ ਤੇ ਬਿੱਲਾ ਹੈ, ਕਹਾਂ ਕਰੇ ਮੋਰ, ਮੇਰਾ ਕੀ ਵਿਗਾੜੇਗਾ? ਵਿਗਾੜ ਹੀ ਨਹੀਂ ਸਕਦਾ, ਕਿਉਂਕਿ ਪਿੰਜਰਾ ਰਾਖੀ ਕਰਦਾ ਹੈ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਪਏ, ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਤੇ ਭਾਈ ਪਿੰਜਰਾ ਹੈ, ਗੁਰੂ ਦੀ ਸੰਗਤ ਵੀ ਪਿੰਜਰਾ ਹੈ। ਜਿਹੜੇ ਇਸ ਪਿੰਜਰੇ ਵਿੱਚ ਆ ਕੇ ਬੈਠ ਜਾਣਗੇ, ਇਹ ਜਮਾ ਰੂਪੀ ਬਿੱਲਾ ਉਹਦਾ ਕੁਝ ਵਿਗਾੜ ਨਹੀਂ ਸਕੇਗਾ। ਐਸੀ ਰੱਖਿਆ ਹੁੰਦੀ ਹੈ। ਜੈਸੋ ਆਂਡੋ ਹਿਰਦੈ ਮਾਹੇ। ਮਹਾਰਾਜ ਕਹਿਣ ਲੱਗੇ ਜਿਵੇਂ ਆਂਡਿਆਂ ਨੂੰ ਜਾਂ ਆਂਡਿਆਂ ਵਿੱਚੋਂ ਨਿਕਲੇ ਬੱਚਿਆਂ ਨੂੰ ਕੂੰਜ ਚੇਤੇ ਰੱਖਦੀ ਹੈ। ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀਆਂ ਕੂੰਜਾਂ ਨੇ ਆਪਣੇ ਆਂਡੇ ਠੰਡੀ ਥਾਵਾਂ ਤੇ ਪਹਾੜਾਂ ਵਿੱਚ ਦੇ ਕੇ ਆਂਡੇ ਆਪਣੇ ਤੇ ਉੱਥੋਂ ਉਡਾਰੀ ਮਾਰ ਲੈਂਦੀਆਂ, ਫਿਰ ਰਹਿੰਦੀਆਂ ਨਹੀਂ ਆਪਣੇ ਆਂਡਿਆਂ ਦੇ ਕੋਲ। ਜਿਵੇਂ ਮੁਰਗੀ ਆਂਡੇ ਦਿੰਦੀ ਹੈ ਨਾ, ਪਰ ਮੁਰਗੀ ਤੇ ਆਂਡੇ ਤੇ ਉੱਪਰ ਬੈਠ ਕੇ ਫਿਰ ਬੱਚੇ ਕੱਢਦੀ ਹੈ। ਬਤਕਾਂ ਵੀ ਆਂਡੇ ਦਿੰਦੀਆਂ। ਇਸ ਤਰ੍ਹਾਂ ਦੇ ਕਈ ਪੰਛੀ, ਘੁੱਗੀਆਂ, ਗਟਾਰਾਂ ਵਗੈਰਾ ਆਂਡੇ ਦੇ ਕੇ ਉੱਪਰ ਬੈਠ ਕੇ ਫਿਰ ਬੱਚੇ ਕੱਢਦੀਆਂ ਆਪਣੇ, ਉਹਨਾਂ ਦੀ ਪਾਲਣਾ ਵੀ ਕਰਦੀਆਂ। ਪਰ ਗੁਰਮੁਖੋ ਕੂੰਜ ਇੱਕ ਇਹੋ ਜਿਹਾ ਪੰਛੀ ਹੈ ਵੀ ਆਂਡੇ ਤੇ ਦੇ ਦਿੰਦਾ ਹੈ, ਪਰ ਉਹਨਾਂ ਆਂਡਿਆਂ ਦੇ ਉੱਪਰ ਬੈਠਦੀ ਨਹੀਂ ਹੈ। ਨਾ ਹੀ ਵਿੱਚੋਂ ਬੱਚਿਆਂ ਨੂੰ ਆਪ ਕੱਢਦੀ ਹੈ ਬਾਹਰ, ਤੇ ਨਾ ਹੀ ਆਪਣੇ ਬੱਚਿਆਂ ਨੂੰ ਕੋਈ ਉਹ ਚੋਗ ਪਾਉਂਦੀ ਹੈ ਛਕਣ ਵਾਸਤੇ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਲਿਖਿਆ ਹੈ, ਕਹਿਣ ਲੱਗੇ ਊਡੈ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਬੱਚਿਆਂ ਨੂੰ ਕੂੰਜ ਦੇ ਕੇ ਪਹਾੜਾਂ ਦੇ ਵਿੱਚ ਛੱਡ ਕੇ ਆਂਡੇ, ਆਪ ਉੱਥੋਂ ਉਡਾਰੀਆਂ ਮਾਰ ਕੇ ਸੈ ਕੂਆਂ ਹੀ ਦੂਰ ਚਲੇ ਜਾਂਦੀ ਹੈ। ਪਰ ਉੱਡਦੀ ਹੋਈ ਕੂੰਜ ਆਪਣੇ ਚੇਤੇ ਵਿੱਚ ਆਪਣੇ ਆਂਡਿਆਂ ਨੂੰ ਰੱਖਦੀ, ਬੱਚਿਆਂ ਨੂੰ, ਕਿ ਮੇਰੇ ਆਂਡੇ ਫਲਾਣੀ ਥਾਂ ਤੇ ਨੇ, ਉਹਨਾਂ ਨੂੰ ਆਪਣੇ ਚੇਤੇ ਵਿੱਚ ਚੇਤੇ ਰੱਖਦੀ ਹੈ। ਪਰਮਾਤਮਾ ਦਾ ਐਸੀ ਬਖਸ਼ਿਸ਼ ਹੈ ਕਿ ਉਹ ਕੂੰਜ ਜਿਹੜੀ ਹੈ ਉਹਦੇ ਚੇਤੇ ਵਿੱਚ ਇੰਨੀ ਸ਼ਕਤੀ ਬਖਸ਼ੀ ਪਰਮਾਤਮਾ ਨੇ ਕਿ ਉਹਦੇ ਚੇਤੇ ਦੀ ਸ਼ਕਤੀ ਦੇ ਨਾਲ ਆਂਡਿਆਂ ਦੇ ਵਿੱਚੋਂ ਬੱਚੇ ਵੀ ਆਪੇ ਹੀ ਨਿਕਲਦੇ। ਕੂੰਜ ਚੇਤੇ ਕਰਦੀ ਹੈ, ਉਹਨਾਂ ਦੇ ਪੇਟ ਵੀ ਆਪੇ ਹੀ ਭਰ ਜਾਂਦੇ, ਉਹ ਬੱਚੇ ਉੱਡਣ ਵੀ ਆਪ ਲੱਗ ਪੈਂਦੇ, ਉੱਡ ਕੇ ਫਿਰ ਆਪਣੇ ਮਾਂ-ਬਾਪ ਦੇ ਨਾਲ ਆ ਕੇ ਮਿਲ ਜਾਂਦੇ। ਮਹਾਰਾਜ ਜੀਆਂ ਦਾ ਬਚਨ ਊਡੈ ਊਡ ਆਵੈ ਸੈ ਕੋਸਾਂ, ਸੈ ਨਾਮ 100, ਕਈ 100 ਕੋ ਕੂੰਜਾਂ ਉੱਡ ਕੇ ਚਲੇ ਗਈਆਂ। ਤਿਸ ਪਾਛੈ ਬਚਰੇ ਸ਼ਰਿਆ, ਪਰ ਉੱਡਦੀਆਂ ਜਾਂਦੀਆਂ ਆਪਣੇ ਬੱਚਿਆਂ ਨੂੰ ਚੇਤੇ ਕਰਦੀਆਂ ਪਈਆਂ। ਤਿਨ ਕਵਨ ਖਿਲਾਵੈ ਤਿਨ ਕਵਨ ਚੁਗਾਵੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਉਹ ਪਹਾੜਾਂ ਵਿੱਚ ਬੈਠੇ ਬੱਚਿਆਂ ਨੂੰ ਕੌਣ ਖਵਾਵੇ, ਕਿਹੜਾ ਉਹਨਾਂ ਨੂੰ ਚੁਗਾਵੇ। ਮਨ ਮੈਂ ਸਿਮਰਨ ਕਰਿਆ, ਬਸ ਕੂੰਜਾਂ ਦਾ ਸਿਮਰਨ ਹੀ ਉਹਨਾਂ ਬੱਚਿਆਂ ਦਾ ਪੇਟ ਭਰਦਾ ਹੈ। ਕੂੰਜਾਂ ਦਾ ਸਿਮਰਨ ਹੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇੱਥੇ ਮਹਾਰਾਜ ਕਹਿਣ ਲੱਗੇ ਜੈਸੋ ਆਂਡੋ ਹਿਰਦੈ ਮਾਹੇ, ਜਿਵੇਂ ਕੂੰਜਾਂ ਆਪਣੇ ਆਂਡੇ ਬੱਚੇ ਪਹਾੜਾਂ ਵਿੱਚ ਦੇ ਕੇ ਤੇ ਹਿਰਦੈ ਮਾਹੇ ਫਿਰ ਉਸ ਨੂੰ ਯਾਦ ਰੱਖਦੀਆਂ, ਤੇ ਉਹ ਬੱਚੇ ਮਰਦੇ ਨਹੀਂ, ਸਗੋਂ ਵੱਡੇ ਹੋ ਕੇ ਨਾਲ ਆ ਕੇ ਫਿਰ ਮਿਲ ਜਾਂਦੇ। ਐਸੇ ਤਰ੍ਹਾਂ ਭਾਈ ਪਰਮਾਤਮਾ ਦਾ ਸਿਮਰਨ ਹੈ ਗੁਰਮੁਖਾ। ਜੇ ਕੂੰਜ ਚੇਤੇ ਕਰਕੇ ਆਪਣੇ ਬੱਚਿਆਂ ਨੂੰ ਪਾਲ ਸਕਦੀ ਹੈ, ਜੇ ਤੂੰ ਵੀ ਪਰਮਾਤਮਾ ਨੂੰ ਚੇਤੇ ਕਰੇਂਗਾ ਤੇਰੀ ਪਾਲਣਾ ਕਿਵੇਂ ਨਹੀਂ ਹੋਵੇਗੀ। ਉਹ ਪਰਮਾਤਮਾ ਤੇਰੀ ਵੀ ਇਸੇ ਤਰ੍ਹਾਂ ਹੀ ਪਾਲਣਾ ਕਰ ਸਕਦਾ ਹੈ, ਪਰ ਤੇਰਾ ਚੇਤਾ ਵੀ ਕੂੰਜ ਵਰਗਾ ਹੋਣਾ ਚਾਹੀਦਾ ਹੈ ਕਿ ਤੂੰ ਆਪਣੇ ਚੇਤੇ ਵਿੱਚ ਗੁਰੂ ਨੂੰ ਚੇਤੇ ਕਰੇ, ਨਾਮ ਨੂੰ ਚੇਤੇ ਕਰੇ। ਜੇ ਕੂੰਜ ਵਾਂਗ ਤੂੰ ਚੇਤੇ ਕਰੇਂਗਾ, ਤੈਨੂੰ ਵੀ ਆਪਣੇ ਬੱਚਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਵੈਸੇ ਤੇ ਅਸੀਂ ਸਾਰਾ ਦਿਨ ਹੀ ਭੱਜੇ ਫਿਰਦੇ, ਆਹ ਕੰਮ ਕਰ ਲਈਏ, ਬੱਚਿਆਂ ਵਾਸਤੇ ਆਹ ਕਰ ਲਈਏ, ਬੱਚਿਆਂ ਦਾ ਫਿਕਰ ਕਰਦਿਆਂ ਕਰਦਿਆਂ ਉਮਰਾਂ ਲੰਘ ਗਈ। ਪਰ ਪਾਤਸ਼ਾਹ ਕਹਿਣ ਲੱਗੇ ਤੇਰੇ ਨਾਲ ਤਾਂ ਕੂੰਜ ਸਿਆਣੀ ਹੈ ਭਾਈ, ਉਹਨੇ ਬੱਚਿਆਂ ਦਾ ਫਿਕਰ ਕਰਨ ਵਾਸਤੇ ਸਿਰਫ ਚੇਤਾ ਹੀ ਕੀਤਾ ਹੈ, ਚੇਤੇ ਵਿੱਚ ਹੀ ਸਭ ਕੁਝ ਹੋ ਗਿਆ। ਤੂੰ ਵੀ ਜੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੇਗਾ, ਪਰਮਾਤਮਾ ਐਸਾ ਸਮਰੱਥ ਹੈ ਤੈਨੂੰ ਕਰਨ ਦੀ ਕੁਝ ਲੋੜ ਨਹੀਂ ਪਵੇਗੀ, ਉਹ ਆਪਣੇ ਆਪ ਹੀ ਸਭ ਕੁਝ ਕਰ ਦੇਵੇਗਾ। ਇਸ ਤਰ੍ਹਾਂ ਦਾ ਉਹ ਸਮਰੱਥ ਪਰਮਾਤਮਾ ਹੈ। ਜੈਸੇ ਦਾਨੋ ਚੱਕੀ ਦਰਾਹੇ। ਅਗਲੀ ਉਦਾਹਰਨ ਮਹਾਰਾਜ ਹੋਰ ਦਿੰਦੇ, ਕਹਿਣ ਲੱਗੇ ਜਿਹੜੇ ਦਾਣੇ ਚੱਕੀ ਵਿੱਚ ਪੀਸੇ ਜਾਂਦੇ ਨੇ, ਤੇ ਕੁਝ ਦਾਣੇ ਉਹ ਨੇ ਜਿਹੜੇ ਕਿੱਲੀ ਦੇ ਨਾਲ ਲੱਗ ਜਾਂਦੇ। ਜਦੋਂ ਚੱਕੀ ਚੱਲਦੀ ਹੈ, ਜੈਸੇ ਦਾਨੋ, ਦਾਨੋ ਨਾਮ ਦਾਣੇ, ਜਦੋਂ ਚੱਕੀ ਚੱਲਦੀ ਹੈ ਤੇ ਜਿਹੜੇ ਦਾਣੇ ਨੇ ਦਰਾਹੇ, ਉਹ ਦਰਮਿਆਨ ਚੱਕੀ ਦੀ ਕਿੱਲੀ ਦੇ ਨਾਲ ਲੱਗ ਜਾਂਦੇ, ਉਹ ਪੁੜਾਂ ਦੇ ਥੱਲੇ ਨਹੀਂ ਆਉਂਦੇ, ਉਹਨਾਂ ਦਾ ਬਚਾਅ ਹੋ ਜਾਂਦਾ ਹੈ, ਬਾਕੀ ਦਾਣੇ ਪਿਸ ਜਾਂਦੇ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਇਹ ਜੋ ਜੀਵਾਂ ਰੂਪੀ ਦਾਣੇ ਨੇ,
ਇਹ ਸਤ ਸੰਗਤ ਰੂਪੀ ਕਿੱਲੀ ਦੇ ਨਾਲ ਜਿਹੜੇ ਜੁੜ ਗਏ ਨਾ ਆ ਕੇ ਭਾਈ, ਉਹ ਬਚੇ ਰਹਿੰਦੇ, ਉਹਨਾਂ ਨੂੰ ਜੰਮ ਵੀ ਫਿਰ ਦੁੱਖ ਨਹੀਂ ਦੇ ਸਕਦਾ ਹੈ। ਇਹ ਸਾਡੇ ਜੀਵ ਜਿਹੜੇ ਆਪਾਂ ਜੀਵ ਹਾਂ, ਇਹ ਜੀਵਾਂ ਰੂਪੀ ਦਾਣੇ ਜਿਹੜੇ ਸੰਗਤ ਵਿੱਚ ਆ ਕੇ ਮਿਲ ਗਏ ਨਾ, ਇਹ ਸੰਗਤ ਵੀ ਇੱਕ ਕਿੱਲੀ ਹੈ, ਬਚਾ ਕਰਨ ਵਾਸਤੇ ਕਿੱਲਾ ਹੈ, ਰੱਖਿਆ ਕਰਨ ਵਾਸਤੇ। ਵੈਸੇ ਤੇ ਸੰਸਾਰ ਪਿਸਦਾ ਜਾ ਰਿਹਾ ਹੈ ਵਿਕਾਰਾਂ ਰੂਪੀ ਪੁੜਾਂ ਦੇ ਥੱਲੇ। ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਬਿਹਠ, ਜੋਦਰ ਰਹੇ ਸੋ ਉਬਰੇ ਨਾਨਕ ਅਜਬ ਅਡਿੱਠ। ਮਹਾਰਾਜ ਦੀ ਬਾਣੀ ਦਾ ਬਚਨ ਹੈ। ਜਿਹੜਾ ਪੁੜ ਦੇ ਥੱਲੇ ਆ ਗਿਆ ਉਹਨੇ ਪੀਸੇ ਜਾਣਾ ਹੈ, ਜਿਹੜਾ ਕਿੱਲੀ ਦੇ ਨਾਲ ਲੱਗ ਗਿਆ ਉਹਨੇ ਬਚ ਜਾਣਾ ਹੈ। ਜੇ ਸੰਸਾਰ ਦੇ ਵਿੱਚ ਤੂੰ ਵੀ ਆ ਕੇ ਵਿਕਾਰਾਂ ਵਿੱਚ ਫਸ ਗਿਆ ਤੇ ਗੁਰਮੁਖਾ ਤੂੰ ਵੀ ਪੀਸਿਆ ਜਾਵੇਂਗਾ, ਪਰ ਜੇ ਸੰਗਤ ਰੂਪੀ ਕਿੱਲੀ ਨਾਲ ਜੁੜ ਜਾਵੇਂਗਾ ਤੇ ਤੇਰਾ ਮਹਾਰਾਜ ਭਲਾ ਕਰ ਦਿੰਦੇ। ਐਸੀ ਬਖਸ਼ਿਸ਼ ਹੁੰਦੀ ਹੈ। ਸੋ ਸਤਿਗੁਰੂ ਇਸ ਤਰ੍ਹਾਂ ਕਿਰਪਾ ਕਰਕੇ ਬਚਾ ਲੈਂਦੇ ਹਨ। ਬਹੁਤ ਉਪਮਾ ਥੋਰ ਕਹੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰਮੁਖੋ ਇਹ 12 ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਆਪਾਂ ਸਰਵਣ ਕੀਤੀਆਂ। ਸੋ ਪਾਤਸ਼ਾਹ ਕਹਿਣ ਲੱਗੇ ਉਪਮਾ ਤੇ ਪ੍ਰਮਾਤਮਾ ਹੋਰ ਵੀ ਬਹੁਤ ਹੈ ਜਿਹੜੀ ਕੀਤੀ ਨਹੀਂ ਜਾ ਸਕਦੀ ਹੈ। ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਬਾਣੀ ਦਾ ਫਰਮਾਨ ਹੈ ਪਰਮਾਤਮਾ ਤੇਰੀ ਸਿਫਤ ਤੇ ਬੇਅੰਤ ਹੈ। ਕਿੰਨੇ ਕੁ ਲੋਕ ਕਰਦੇ ਪਏ ਨਹੀਂ, ਉਹਨਾਂ ਲੋਕਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਹੈ। ਪਰਮਾਤਮਾ ਬਹੁਤ ਉਪਮਾ, ਆਪ ਜੀ ਦੀ ਉਪਮਾ ਵਡਿਆਈ ਬੜੀ ਵੱਡੀ ਹੈ, ਬੜੀ ਵੱਡੀ। ਮੇਰੀ ਉਮਰਾਂ ਹੀ ਬੜੀ ਛੋਟੀ ਹੈ, ਮੇਰਾ ਗਿਆਨ ਧਿਆਨ ਹੀ ਬੜਾ ਛੋਟਾ ਹੈ, ਤੁਹਾਡੀ ਉਪਮਾ ਬਹੁਤ ਹੈ। ਥੋਰ ਕਹੀ, ਇੱਥੇ ਅਸੀਂ ਥੋੜੀ ਜੀ ਵਰਣਨ ਕੀਤੀ ਹੈ, ਰੰਚਕ ਮਾਤਰ ਹੀ 12 ਉਦਾਹਰਨਾਂ ਦੇ ਕੇ ਮਹਾਰਾਜ ਕਹਿੰਦੇ ਥੋੜੀ ਜੀ ਵਰਣਨ ਕੀਤੀ ਹੈ, ਉਪਮਾ ਤੇ ਤੁਹਾਡੀ ਬਹੁਤ ਵੱਡੀ ਹੈ। ਹਰ ਅਗਮ ਅਗਮ ਅਗਾਧ ਤੂੰ ਹੀ। ਉਹ ਪਰਮਾਤਮਾ ਅਗਮ ਜਿਹੜਾ ਸਮਾਂ ਪਿੱਛੇ ਲੰਘ ਚੁੱਕਿਆ ਨਾ, ਉਦੋਂ ਵੀ ਉਹ ਪਰਮਾਤਮਾ ਅਗਮ ਹੈ, ਉਹਦਾ ਅੰਤ ਕੋਈ ਨਹੀਂ ਹੈ। ਹੁਣ ਵੀ ਜਿਹੜਾ ਸਮਾਂ ਚੱਲਦਾ ਪਿਆ ਹੈ ਉਹਦੇ ਵਿੱਚ ਵੀ ਪਰਮਾਤਮਾ ਅਗਮ ਹੈ। ਜਿਹੜਾ ਅੱਗੇ ਆਉਣ ਵਾਲਾ ਸਮਾਂ ਹੋਵੇਗਾ ਉਹਦੇ ਵਿੱਚ ਵੀ ਪਰਮਾਤਮਾ ਅਗਾਧ ਹੀ ਹੋਵੇਗਾ, ਬੇਅੰਤ ਹੀ ਹੋਵੇਗਾ, ਕੋਈ ਅੰਤ ਨਹੀਂ ਪਾ ਸਕੇਗਾ। ਜਦੋਂ ਤੋਂ ਦੁਨੀਆ ਬਣੀ ਹੈ, ਜਦੋਂ ਤੱਕ ਦੁਨੀਆ ਬਣੀ ਰਹੇਗੀ, ਪਰਮਾਤਮਾ ਤੇਰਾ ਅੰਤ ਕੋਈ ਨਹੀਂ ਪਾ ਸਕੇਗਾ। ਤੂੰ ਐਸਾ ਬੇਅੰਤ ਹੈ, ਤੂੰ ਐਸਾ ਬੇਅੰਤ ਹੈ। ਪਾਤਸ਼ਾਹ ਜੀ ਬੇਅੰਤ ਨੇਤ ਨੇਤ ਬੇਅੰਤ ਕੋ ਕਰੰਤ ਪਾਠ ਪੇਖੀਐ। वेद शास्त्र धार्मिक ग्रंथ रिखी मुनि साधु संत कवि जन सारे तेनू बेअंत कहिंदे, बेअंत कहिंदे ऐसा तू बेअंत है। ऊंच मूचो बहु अपार। गुरु अर्जन देव पातशाह कहन लगे परमात्मा ऊंच मूचो है, उच्चियां तो उच्चा, वड्डियां तो वड्डा। ਆਪਾਂ ਇਹ ਗੱਲ ਕਹਿ ਦਿੰਦੇ ਆ ਮਨੁੱਖ ਹੈ, ਠੀਕ ਹੈ, ਆ ਜੀ ਪਿੰਡ ਦਾ ਚੌਧਰੀ ਹੈ, ਇਹ ਉਹਦੇ ਨਾਲੋਂ ਵੱਡਾ ਹੈ, ਉਹਦਾ ਸਤਿਕਾਰ ਵੱਧ ਮਿਲ ਗਿਆ। ਚੌਧਰੀ ਤੋਂ ਵੱਡਾ ਕੌਣ ਹੋ ਗਿਆ? ਕਹਿੰਦੇ ਜੀ ਆ ਰਾਜਾ ਹੈ, ਰਾਜੇ ਦਾ ਹੋਰ ਸਤਿਕਾਰ ਵੱਧ ਗਿਆ। ਰਾਜੇ ਤੋਂ ਵੱਡਾ ਕੌਣ? ਕਹਿੰਦੇ ਜੀ ਆ ਦੇਵਤਾ ਹੈ, ਦੇਵਤੇ ਦਾ ਹੋਰ ਜ਼ਿਆਦਾ ਸਤਿਕਾਰ ਹੈ। ਦੇਵਤਿਆਂ ਤੋਂ ਵੱਡਾ ਦੇਵਤਾ ਬਰਮਾ ਨੂੰ ਮੰਨਿਆ, ਬਰਮਾ ਤੋਂ ਵੱਡਾ ਵਿਸ਼ਨੂੰ ਨੂੰ ਮੰਨਿਆ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਊਚ ਮੂਚੋ ਹੈ, ਵੱਡਿਆਂ ਤੋਂ ਵੱਡਾ, ਬਾਕੀ ਸਭ ਉਹਦੇ ਤੋਂ ਥੱਲੇ ਹੀ ਰਹਿ ਜਾਂਦੇ, ਭਾਵੇਂ ਉਹ ਦੇਵਤੇ ਹੋਣ ਤੇ ਭਾਵੇਂ ਉਹ ਰਾਜੇ ਹੋਣ। ਉਹ ਪਰਮਾਤਮਾ ਉੱਚਿਆਂ ਤੋਂ ਉੱਚਾ, ਵੱਡਿਆਂ ਤੋਂ ਵੱਡਾ, ਬਹੁਤੇ ਵਿਸਥਾਰ ਵਾਲਾ। ਊਚ ਮੂਚ ਬਹੁ ਅਪਾਰ, ਬਹੁਤ ਗੁਣਾਂ ਦਾ ਮਾਲਕ ਹੈ। ਪਰਮਾਤਮਾ ਦੇ ਗੁਣਾਂ ਦਾ ਵਰਣਨ ਵੀ ਕੋਈ ਨਹੀਂ ਕਰ ਸਕਦਾ ਹੈ, ਐਸੇ ਬੇਅੰਤ ਗੁਣਾਂ ਦਾ ਉਹ ਮਾਲਕ ਹੈ। ਸਿਮਰਤ ਨਾਨਕ ਤਰੇ ਸਾਰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਉਸ ਦਾ ਸਿਮਰਨ ਕੀਤਾ ਹੈ, ਸਿਮਰਨ ਤੋਂ ਭਾਵ ਹੈ ਗੁਰਮੁਖੋ ਜਿਨ੍ਹਾਂ ਨੇ ਉਸ ਨੂੰ ਯਾਦ ਕੀਤਾ ਹੈ। ਸੋ ਪੰਜਾਬੀ ਵਿੱਚ ਆਪਾਂ ਕਹਿ ਲਈਏ ਯਾਦ ਕਰਨਾ, ਤੇ ਯਾਦ ਉਹਨੂੰ ਕੀਤਾ ਜਾਂਦਾ ਜਿਹੜਾ ਭੁੱਲਿਆ ਹੋਵੇ, ਜਿਹੜਾ ਭੁੱਲਿਆ ਨਹੀਂ ਉਹਨੂੰ ਯਾਦ ਚਲੋ ਕੀ ਕਰਨਾ, ਉਹਦੀ ਯਾਦ ਹੀ ਹੈ। ਪਰ ਯਾਦ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਭੁੱਲਿਆ ਹੋਵੇ, ਤੇ ਭੁੱਲਿਆ ਸਾਨੂੰ ਪਰਮਾਤਮਾ ਹੀ ਹੈ, ਬਾਕੀ ਦੇ ਸਭ ਕੋਈ ਯਾਦ ਹੈ। ਅਸੀਂ ਕਦੋਂ ਪ੍ਰਸ਼ਾਦਾ ਛਕਣਾ, ਕਦੋਂ ਅਸੀਂ ਕੱਪੜੇ ਪਾਉਣੇ, ਕਦੋਂ ਅਸੀਂ ਨਹਾਉਣਾ ਧੋਣਾ, ਕਦੋਂ ਰਿਸ਼ਤੇਦਾਰੀ 'ਤੇ ਜਾਣਾ, ਕਦੋਂ ਅਸੀਂ ਕੰਮਕਾਰ ਕਰਨੇ, ਸਭ ਕੁਝ ਸਾਨੂੰ ਯਾਦ ਹੈ। ਕਦੇ ਅਲਾਰਮ ਲਾਉਣ ਦੀ ਲੋੜ ਵੀ ਨਹੀਂ ਪੈਂਦੀ, ਆਪਣੇ ਆਪ ਹੀ ਯਾਦ ਰਹਿੰਦਾ ਸਭ ਕੁਝ। ਨਾ ਹੀ ਕਦੇ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਭਾਈ ਤੈਨੂੰ ਚੇਤਾ ਹੀ ਭੁੱਲ ਗਿਆ ਹੈ, ਤੂੰ ਪ੍ਰਸ਼ਾਦਾ ਹੀ ਨਹੀਂ ਛਕਿਆ, ਅੱਜ 15 ਦਿਨ ਹੋ ਗਏ ਛਕ ਲਾ। ਨਹੀਂ, ਪ੍ਰਸ਼ਾਦਾ ਵੀ ਚੇਤੇ ਹੈ,
ਪਰ ਜੇ ਭੁੱਲਿਆ ਹੈ ਤੇ ਪਰਮਾਤਮਾ ਦਾ ਨਾਮ ਭੁੱਲਿਆ ਹੈ, ਉਹ ਚੇਤਾ ਕਰਾਉਣਾ ਪੈਂਦਾ। ਜਦੋਂ ਆਪਾਂ ਗੁਰੂ ਘਰੇ ਜਾਈਏ, ਧਾਰਮਿਕ ਸਥਾਨ ਤੇ ਜਾਈਏ, ਉਥੇ ਇਹੋ ਬਚਨ ਚੇਤੇ ਕਰਾਇਆ ਜਾਂਦਾ ਵੀ ਤੂੰ ਨਾਮ ਨੂੰ ਭੁੱਲੀ ਬੈਠਾ ਹੈ, ਬਾਕੀ ਤੇ ਸਭ ਕੁਝ ਤੈਨੂੰ ਚੇਤੇ ਹੈ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਦੁਨੀਆ ਤੇ ਰਹਿਣਾ ਨਹੀਂ, ਰੱਬ ਨੂੰ ਭੁਲਾ ਕੇ ਬੈਠਾ ਹੋਇਆ ਹੈ। ਇਸ ਕਰਕੇ ਵਾਰ-ਵਾਰ ਇਹ ਬਚਨ ਚੇਤੇ ਕਰਾਇਆ ਜਾਂਦਾ ਹੈ ਕਿ ਭਾਈ ਸਿਮਰਤ ਉਹਦੇ ਨਾਮ ਦਾ ਸਿਮਰਨ ਕਰ, ਉਹਨੂੰ ਚੇਤੇ ਕਰ। ਸਿਮਰਤ ਨਾਨਕ ਤਰੇ ਸਾਰ, ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹ ਸਿਧਾਂਤ ਰੂਪੀ ਨਾਮ ਨੂੰ ਜਪ ਕੇ, ਤੇ ਜਿਹੜੇ ਗੁਰਮੁਖ ਨੇ ਉਹ ਸੰਸਾਰ ਤੋਂ ਤਰ ਜਾਂਦੇ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਕਿ ਜਿਨ੍ਹਾਂ ਨੇ ਸਿਧਾਂਤ ਪ੍ਰਾਪਤ ਕਰ ਲਿਆ ਹੈ, ਨਾਮ ਜਪਣ ਵਾਲਿਆਂ ਨੇ, ਉਹ ਸੰਸਾਰ ਤੋਂ ਤਰ ਗਏ। ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ 12 ਉਦਾਹਰਣਾਂ, ਇੱਕ ਨਹੀਂ ਦੋ ਨਹੀਂ, ਚਲੋ ਸਾਨੂੰ ਕਿਸੇ ਪਾਸਿਓਂ ਸਮਝ ਆ ਜਾਵੇ, 12 ਉਦਾਹਰਣਾਂ ਦੇ ਕੇ ਸਮਝਾਇਆ। ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਹੈ, ਉਸ ਨੂੰ ਜਪਿਆ ਕਰ। ਐਸੋ ਸਹਾਈ ਹਰਿ ਕੋ ਨਾਮ, ਸਾਧ ਸੰਗ ਭਜ ਪੂਰਨ ਕਾਮ। ਸੰਗਤ ਵਿੱਚ ਬੈਠ ਕੇ ਨਾਮ ਜਪੇਂਗਾ, ਤੇਰੇ ਕੰਮ ਵੀ ਪੂਰੇ ਹੋ ਜਾਣਗੇ। ਸੰਗਤ ਵਿੱਚ ਬੈਠ ਕੇ ਨਾਮ ਜਪੇਂਗਾ, ਉਹ ਤੇਰੀ ਸਹਾਇਤਾ ਵੀ ਕਰੇਗਾ। ਤਿਥੈ ਤੂੰ ਸਮਰੱਥ, ਜਿਥੈ ਕੋਇ ਨਾਹੇ, ਉਥੈ ਤੇਰੀ ਰਖ ਅਗਨੀ ਉਦਰ ਮਾਹੇ। ਸੁਨ ਕੈ ਜਮ ਕੈ ਦੂਤ, ਨਾਏ ਤਿਰੈ ਛੱਡ ਜਾਹੇ, ਭਵਜਲ ਬਿਖਮ ਸਗਾਹ, ਗੁਰ ਸਬਦੀ ਪਾਰ ਪਾਹੇ। ਇਹ ਸੰਸਾਰ ਭਵਜਲ ਹੈ, ਸਮੁੰਦਰ ਹੈ, ਗੁਰੂ ਸ਼ਬਦ ਦੇ ਨਾਲ ਪਾਰ ਪਾਹੇ, ਪਾਰ ਹੋ ਜਾਏਗਾ। ਐਸੀ ਕਿਰਪਾ ਹੁੰਦੀ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ੀਆਂ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ, ਦਿਓ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੈ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਸ਼ਾਮ ਨੂੰ 6 ਵਜੇ ਬੱਚਿਆਂ ਦੀਆਂ ਗੱਤਕੇ ਦੀਆਂ ਕਲਾਸਾਂ ਆਪਣੇ ਗੁਰਦੁਆਰਾ ਸਾਹਿਬ ਵਿਖੇ ਲੱਗਿਆ ਕਰਨਗੀਆਂ। ਜਿਨ੍ਹਾਂ ਬੱਚਿਆਂ ਨੇ ਗੱਤਕਾ ਸਿੱਖਣਾ ਹੈ ਉਹ ਆਪਣੇ ਨਾਮ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।